ਲੀਡਰ ਕਹਿੰਦੇ ਨੇ ਮੈਂ ਕਰਕੇ ਦਿਖਾਇਆ। ਉਹ ਤਾਂ ਸਾਡੇ ਭੈਣ ਜੀ ਦੇ ਪਹਿਲਾਂ ਕਿੰਨੇ ਬੋਰਡ ਲੱਗ ਗਏ ਸੀਗੇ ਜੀ, ਉਹਦਾ ਸਾਰਾ ਕੁਝ ਹੋ ਗਿਆ ਸੀ। ਤੁਹਾਨੂੰ ਕੀ ਲੱਗਦਾ ਉਹਦਾ ਸਾਰਾ ਇਹ ਸਿਚੁਏਸ਼ਨ ਜਿਵੇਂ ਮੈਂ ਟੀਕਾ ਲਾ ਕੇ ਦੇਖਿਆ ਸੀ ਪਹਿਲਾਂ ਦਾਵਾ ਕਰਕੇ ਕਹਿ ਰਹੇ ਹਾਂ ਮੇਰੀ ਜਿੰਨੀ ਡਿਵੈਲਪਮੈਂਟ ਇਸ ਤੋਂ ਪਹਿਲਾਂ ਕਦੇ ਕਿਸੇ ਸਾਡੇ ਸਤਿਕਾਰਯੋਗ ਲੀਡਰ ਨੇ ਧੂਰੀ 'ਚ ਕਰੀ ਹੋਵੇ ਤਾਂ ਮੈਂ ਕੰਟੈਸਟ ਨਹੀਂ ਕਰੂੰਗਾ। ਜੇ ਫਿਰ ਵਿਧਾਇਕ ਬਣ ਕੇ ਗੋਲਡੀ ਨੇ ਕੰਮ ਕਰਵਾਏ ਸੀ, ਲੋਕਾਂ ਦੇ ਵਿੱਚ ਵਿਚਰਦੇ ਰਹੇ, ਤਾਂ ਫਿਰ ਲੋਕਾਂ ਨੇ ਐਤਕੀ ਕਿਉਂ ਨਹੀਂ ਕਬੂਲਿਆ ਗੋਲਡੀ ਨੂੰ? ਸਿਰਫ ਤੁਸੀਂ ਆਪਦੇ ਫਾਇਦੇ ਲਈ ਗਏ ਹੋ ਨਾ, ਸਿਰਫ ਤੁਸੀਂ ਆਪਦੇ ਮਕਸਦ ਲਈ ਗਏ ਹੋ, ਲੋਕਾਂ ਲਈ ਥੋੜੀ ਗਏ ਹੋ ਤੁਸੀਂ। ਇੱਕ ਬੰਦਾ ਸ਼ਰੇਆਮ ਬਜ਼ੁਰਗ ਬੰਦਾ ਇਹ ਕਹਿ ਰਿਹਾ ਵੀ ਅਸੀਂ ਤਾਂ ਇਹਦੀ ਘਰ ਵਾਲੀ ਨੂੰ ਘੇਰ ਕੇ ਇਹਦੇ ਮਗਰ ਗੀਤ ਚਲਾਉਂਦੇ ਰਹੇ ਹਾਂ, ਸੁਣਿਆ ਨਾ ਤੁਸੀਂ? ਬਿਲਕੁਲ ਸੁਣਿਆ ਜੀ, ਬਿਲਕੁਲ ਸੁਣਿਆ। ਠੀਕ ਹੈ ਨਾ ਜੀ, ਅਸੀਂ ਉਹਦੇ ਵਿਰੁੱਧ ਆਵਾਜ਼ ਚੱਕੀ ਤੇ ਬੰਦਿਆਂ ਨੇ ਉਹਨੂੰ ਮੋਟਰਸਾਈਕਲ ਨਾਲ ਸਨਮਾਨਿਤ ਕਰਿਆ, ਉਸ ਇਨਸਾਨ ਨੂੰ। ਕੀ ਇਹ ਬਦਲਾ? ਮੇਰਾ ਮਕਸਦ ਤਾਂ ਇਹੀ ਆ ਵੀ ਅਸਲੀ ਚ ਬਦਲਾ ਲੈ ਕੇ ਆਉਣਾ। ਬਾਹਰ ਦਾ ਗੁੱਸਾ ਹੁਣ ਬਾਰੇ ਤਾਂ ਕੀ ਕਹਿ ਸਕਦੇ ਆ, ਮੈਂ ਘਰੇ ਜਾ ਕੇ ਲੜ ਪਿਆ ਕਰਾਂ ਹੱਥ ਨੇ। ਹਾਂ, ਥੋੜੀ ਭਾਬੀ ਨਾਲ। ਲੀਡਰ ਤਾਂ ਹਰੇਕ ਕਹਿੰਦੇ ਹੁੰਦੇ ਨੇ ਲੀਡਰਾਂ ਤੋਂ ਤਾਂ ਵਿਸ਼ਵਾਸ ਉੱਠ ਚੁੱਕਿਆ, ਠੀਕ ਹੈ ਨਾ, ਪਰ ਮੈਂ ਲੀਡਰ ਨਹੀਂ ਹੈਗਾ, ਮੈਂ ਲੀਡਰ ਨਹੀਂ ਹੈਗਾ। ਉਹੀ ਸ਼ੌਂਕ ਨੇ ਕੱਪੜੇ ਲੀੜਿਆਂ ਦੇ, ਉਹੀ ਸਾਰੀਆਂ ਚੀਜ਼ਾਂ ਦੇ ਸ਼ੌਂਕ ਜਿਹੜੇ ਤੁਹਾਨੂੰ ਨੇ ਉਹੀ ਮੈਨੂੰ ਨੇ। ਇੱਕ ਵਾਰ ਯਕੀਨ ਕਰਕੇ ਦੇਖੋ, ਜੇ ਮੈਂ ਤੁਹਾਡਾ ਯਕੀਨ ਤੋੜਦਾ ਤਾਂ ਮੁੜ ਕੇ ਕਦੇ ਜ਼ਿੰਦਗੀ 'ਚ ਸ਼ਕਲ ਨਹੀਂ ਦਿਖਾਊਂਗਾ। ਸਤਿ ਸ਼੍ਰੀ ਅਕਾਲ, ਆਰਐਮਬੀ ਟੈਲੀਵਿਜ਼ਨ ਦੇਖ ਰਹੇ ਹੋ ਤੁਸੀਂ, ਮੈਂ ਹਾਂ ਜਸ ਕਰੇਵਾਲ। ਵਿਧਾਨ ਸਭਾ ਦੀਆਂ 2022 ਦੀਆਂ ਚੋਣਾਂ ਨੇ ਪੰਜਾਬ ਦੇ ਵਿੱਚ ਹਲਚਲ ਪੈਦਾ ਕਰੀ ਤੇ ਹੁਣ 2022 ਲੋਕ ਸਭਾ ਦੀਆਂ ਜਿਮਨੀ ਚੋਣਾਂ ਸੰਗਰੂਰ ਦੀਆਂ ਪੰਜਾਬ ਦੇ ਵਿੱਚ ਗਰਮਾਹਟ ਜ਼ਰੂਰ ਲਿਆ ਰਹੀਆਂ ਨੇ। ਹਰ ਪਾਰਟੀ ਚਾਹੁੰਦੀ ਹੈ ਕਿ ਸਾਡਾ ਝੰਡਾ ਜਿਹੜਾ ਇਸ ਵਾਰ ਸੰਗਰੂਰ ਦੇ ਵਿੱਚ ਝੂਲੇ। ਜਿੱਥੇ ਇੱਕ ਪਾਰਟੀ ਕਹਿੰਦੀ ਹੈ ਕਿ ਅਸੀਂ ਬੰਦੀ ਸਿੰਘਾਂ ਦੀ ਰਿਹਾਈ ਦੇ ਲਈ ਲੜ ਰਹੇ ਹਾਂ, ਦੂਸਰੀ ਪਾਰਟੀ ਕਹਿੰਦੀ ਆ ਕਿ ਅਸੀਂ ਬਦਲਾਅ ਦੀ ਰਾਜਨੀਤੀ ਕਰ ਰਹੇ ਹਾਂ, ਤਾਂ ਅਸੀਂ ਲੜ ਰਹੇ ਹਾਂ, ਅਸੀਂ ਬਦਲਾਅ ਲਿਆਉਣਾ ਹੈ ਰਾਜਨੀਤੀ ਦੇ ਵਿੱਚ। ਤਾਂ ਉੱਥੇ ਹੀ ਤੀਸਰੀ ਪਾਰਟੀ ਕਹਿੰਦੀ ਹੈ ਕਿ ਜੇਕਰ ਤੁਸੀਂ ਸਾਨੂੰ ਲਿਆਓਗੇ ਤਾਂ ਪੰਜਾਬ ਦੇ ਵਿੱਚ ਡਿਵੈਲਪਮੈਂਟ ਜਿਹੜੀ ਆ ਉਹ ਅਸੀਂ ਕਰਵਾਵਾਂਗੇ। ਤੇ ਸਭ ਦੇ ਚਲਦਿਆਂ ਕਾਂਗਰਸ ਨੇ ਵੀ ਆਪਣੇ ਖਿਡਾਰੀ ਨੂੰ ਜਿਹੜਾ ਆ ਮੈਦਾਨ ਦੇ ਵਿੱਚ ਉਤਾਰਿਆ ਹੈ, ਬਾਈ ਦਲਬੀਰ ਗੋਲਡੀ। ਅੱਜ ਦੇ ਸਾਡੇ ਪ੍ਰੋਗਰਾਮ ਦੇ ਵਿੱਚ ਬਾਈ ਸਾਡੇ ਨਾਲ ਹੋਣਗੇ, ਬਾਈ ਦੇ ਨਾਲ ਗੱਲਬਾਤ ਕਰਾਂਗੇ ਕਿ ਕਾਂਗਰਸ ਕਿਸ ਆਧਾਰ ਤੇ ਜਿਹੜੀਆਂ ਨੇ ਇਹ ਚੋਣਾਂ ਲੜੂਗੀ, ਕੀ ਜਿਹੜੀ ਹੈਗਾ ਸੋਚ ਆ ਕਿ ਸੋਚ ਦੇ ਨਾਲ ਇਹ ਚੋਣਾਂ ਲੜਨਗੇ। ਕਿਉਂਕਿ ਗੋਲਡੀ ਬਾਈ ਜਿਹੜੇ ਨੇ ਪਿਛਲੀ ਵਾਰ ਜਿੱਥੇ ਸਾਹਮਣੇ ਭਗਵੰਤ ਸਿੰਘ ਮਾਨ ਸੀ, ਭਗਵੰਤ ਸਿੰਘ ਮਾਨ ਦੇ ਨਾਲ ਜਿਹੜੀ ਆ ਭਗਵੰਤ ਸਿੰਘ ਮਾਨ ਤੋਂ ਚੋਣ ਹਾਰੇ ਨੇ, ਪਰ ਇਸ ਵਾਰ ਮਾਨ ਸਰਕਾਰ ਦੇ ਨਾਲ ਸਿੱਧਾ ਮੁਕਾਬਲਾ ਆ। ਗੋਲਡੀ ਬਾਈ ਸਾਡੇ ਨਾਲ। ਸਭ ਤੋਂ ਪਹਿਲਾਂ ਬਾਈ ਦਾ ਸਵਾਗਤ ਕਰ ਲੈਂਦੇ ਆ, ਉਸ ਤੋਂ ਬਾਅਦ ਅਗਲੀ ਗੱਲਬਾਤ ਵਧਾਂਗੇ। ਬਾਈ ਸਵਾਗਤ ਹੈ। ਬਹੁਤ ਬਹੁਤ ਧੰਨਵਾਦ ਬਾਈ ਤੁਹਾਡਾ ਤੇ ਤੁਹਾਡੀ ਸਾਰੀ ਟੀਮ ਦਾ ਕਿ ਮੈਨੂੰ ਤੁਸੀਂ ਲੋਕਾਂ ਦੇ ਰੂਬਰੂ ਕਰ ਰਹੇ ਹੋ, ਤੇ ਉਮੀਦ ਕਰਦਾ ਕਿ ਇਹ ਇੱਕ ਚੰਗਾ ਸੁਨੇਹਾ ਲੈ ਕੇ ਜਾਓ। ਠੀਕ ਠਾਕ ਹੋ? ਬਹੁਤ ਵਧੀਆ ਬਾਈ, ਚੜ੍ਹਦੀ ਕਲਾ। ਜਿਸ ਤਰ੍ਹਾਂ ਦੇ ਨਾਲ ਪਹਿਲਾਂ ਕਿਹਾ ਕਿ ਮੁਕਾਬਲਾ ਵਿਧਾਨ ਸਭਾ ਦੇ ਵਿੱਚ ਭਗਵੰਤ ਸਿੰਘ ਮਾਨ ਇਕੱਲੇ ਸੀ ਜੀ, ਐਤਕੀ ਲੋਕ ਸਭਾ ਦੇ ਵਿੱਚ ਪੂਰੀ ਮਾਨ ਸਰਕਾਰ ਆ, ਕਿਵੇਂ ਦੇਖਦੇ ਹੋ? ਦੇਖੋ, ਇਲੈਕਸ਼ਨ ਕੋਈ ਵੀ ਸੌਖੀ ਨਹੀਂ ਹੁੰਦੀ ਬਾਈ, ਤੇ ਹਰੇਕ ਹੀ ਜੋ ਉਮੀਦਵਾਰ ਹੁੰਦਾ ਉਹ ਹਮੇਸ਼ਾ ਜਾਂ ਕੋਈ ਪਾਰਟੀ ਹੁੰਦੀ ਆ ਜੀ, ਉਹ ਆਪਦੇ ਉਮੀਦਵਾਰ ਨੂੰ ਯਾਨੀ ਕਿ ਜਿਤਾਉਣ ਵਾਸਤੇ ਇਲੈਕਸ਼ਨ ਕੰਟੈਸਟ ਕਰਦੇ। ਬਿਲਕੁਲ। ਸੋ ਇਹ ਜਿਹੜਾ ਐਤਕੀ ਮੁਕਾਬਲਾ ਇਹ ਤੁਸੀਂ ਵੀ ਸਮਝ ਸਕਦੇ ਹੋ ਤੇ ਲੋਕ ਵੀ ਇਸ ਚੀਜ਼ ਨੂੰ ਸਮਝ ਰਹੇ ਨੇ, ਕਿਉਂਕਿ ਵਿਚਾਰਧਾਰਾ ਦੀ ਤਾਂ ਹੁਣ ਕੋਈ ਗੱਲ ਹੀ ਨਹੀਂ ਰਹੀ ਜੀ। ਅੱਜ ਤੁਸੀਂ ਫਲਾਣੀ ਪਾਰਟੀ ਚੋਂ ਜੀ, ਕੱਲ ਨੂੰ ਤੁਸੀਂ ਨੋਮੀਨੇਸ਼ਨ ਦੂਸਰੀ ਪਾਰਟੀ ਤੋਂ ਭਰ ਰਹੇ ਹੋ ਜੀ। ਸੋ ਮੈਨੂੰ ਲੱਗਦਾ ਵੀ ਇਸ ਵਾਰ ਲੋਕ ਉਸ ਬੰਦੇ ਨੂੰ ਵੋਟ ਕਰਨਗੇ ਜਿਹੜਾ ਉਹਨਾਂ ਨੇ ਦੇਖਿਆ ਪਰਖਿਆ, ਜਿਹਨੇ ਕੰਮ ਕਰਕੇ ਦਿਖਾਏ ਨੇ, ਤੇ ਜਿਹਨੇ ਅੱਗੇ ਕੋਈ ਵਿਜ਼ਨ ਰੱਖੂਗਾ। ਸੋ ਇਸ ਚੀਜ਼ ਦੇ ਉੱਪਰ ਹੁਣ ਦੇਖਦੇ ਆਂ ਵੀ ਕਿਹੜਾ ਕੈਂਡੀਡੇਟ ਜਿਹੜਾ ਇਸ ਚੀਜ਼ ਨੂੰ ਵਧੀਆ ਤਰੀਕੇ ਨਾਲ ਆਪਦਾ ਗੱਲ ਰੱਖ ਸਕਦਾ ਲੋਕਾਂ ਦੇ ਵਿੱਚ, ਤੇ ਲੋਕਾਂ ਨੇ ਇਹ ਦੇਖਣਾ ਵੀ ਕਿਹੜਾ ਲੀਡਰ ਜਿਹੜਾ ਸਾਡੀ ਆਵਾਜ਼ ਨੂੰ ਬੁਲੰਦ ਕਰਕੇ ਸੰਗਰੂਰ ਦੀ ਆਵਾਜ਼ ਨੂੰ ਜਿਹੜਾ ਲੋਕ ਸਭਾ ਦੇ ਵਿੱਚ ਉਠਾਊਗਾ। ਤੇ ਤੁਹਾਨੂੰ ਨਹੀਂ ਲੱਗਦਾ ਬਈ ਫਰਕ ਪਊਗਾ? ਅਕਸਰ ਕਹਿੰਦੇ ਆ ਜਿਹੜੀ ਸੰਗਰੂਰ ਆ, ਧੂਰੀ ਆ, ਇਹ ਬੈਲਟ ਤਾਂ ਕਹਿੰਦੇ ਮਤਲਬ ਗੜ ਮੰਨੀ ਗਈ ਆਮ ਆਦਮੀ ਪਾਰਟੀ ਦਾ। ਜੇ 14 ਦੇ ਵਿੱਚ ਵੀ ਸੀਟਾਂ ਆਮ ਆਦਮੀ ਪਾਰਟੀ ਨੂੰ ਆਈਆਂ ਤਾਂ ਮੁੱਖ ਸੀਟ ਸੰਗਰੂਰ ਦੀ ਮੰਨੀ ਗਈ ਹੈ, ਤੇ ਭਗਵੰਤ ਸਿੰਘ ਮਾਨ ਵੀ ਇਸ ਦਾ ਦਾਅਵੇ ਕਰਦੇ ਆ ਕਿ ਇਹ ਤਾਂ ਸੀਟ ਜਿਹੜੀ ਹੈਗੀ ਆ ਸਾਡੀ ਹੈ, ਇੱਥੇ ਲੋਕ ਆਮ ਨੂੰ ਜ਼ਿਆਦਾ ਪਸੰਦ ਕਰਦੇ ਆ। ਹਾਂ, ਨਹੀਂ ਦੇਖੋ, ਇਹਦੇ 'ਚ ਕੋਈ ਸ਼ੱਕ ਨਹੀਂ ਕਿ ਪਿਛਲੀਆਂ ਵਿਧਾਨ ਸਭਾ ਦੇ ਵਿੱਚ ਜਾਂ ਉਸ ਤੋਂ ਪਹਿਲਾਂ ਉਹ ਜਿੱਤੇ ਨੇ,
ਬਟ ਮੈਂ ਇੱਕ ਤੁਹਾਡੇ ਨਾਲ ਗੱਲ ਕਰਨੀ ਚਾਹੂੰਗਾ ਕਿ ਪਿਛਲੇ 2 ਲੋਕ ਸਭਾ ਪਲਾਨ ਹੋ ਰਹੇ ਇੱਥੇ ਤੇ ਉਹ ਦੋਵੇਂ ਪਲਾਨਸ ਤੇ ਉਸ ਤੋਂ ਪਿਛਲੇ ਜੋ ਸਾਡੇ ਵਿਜੇਂਦਰ ਸਿੰਘਲਾ ਇੱਥੋਂ ਰਹੇ, ਤੁਸੀਂ ਕੰਪੈਰੀਜ਼ਨ ਕਰਕੇ ਦੇਖਿਓ ਦੋਵੇਂ ਚੀਜ਼ਾਂ ਦਾ ਕਿ ਉਸ ਸਮੇਂ ਡਿਵੈਲਪਮੈਂਟ ਵੱਧ ਹੋਈ ਜਾਂ ਇਹਨਾਂ ਦੇ ਟਾਈਮ ਵੱਧ ਹੋਈ। ਤੇ ਗੱਲ ਮੁੱਦੇ ਚੱਕਣ ਦੀ ਨਹੀਂ ਹੁੰਦੀ, ਗੱਲ ਉਸ ਮੁੱਦੇ ਨੂੰ ਹੱਲ ਕਰਨ ਦੀ ਹੁੰਦੀ ਆ। ਮੁੱਦਾ ਚੱਕਣਾ ਤਾਂ ਕੋਈ ਵੀ ਚੱਕ ਸਕਦਾ, ਆਵਾਜ਼ ਬੁਲੰਦ ਕੋਈ ਵੀ ਕਰ ਸਕਦਾ, ਬਟ ਉਹਨੂੰ ਮੁਕਾਮ ਤੱਕ ਲੈ ਕੇ ਜਾਣਾ ਕਿਵੇਂ ਸੰਭਵ ਆ। ਸੋ ਕਿਹੜੇ ਕੰਮ ਕਿਹੜੇ ਲੀਡਰ ਨੇ ਯਾਨੀ ਕਿ ਪੂਰੇ ਕਰੇ। ਸੋ ਡਿਵੈਲਪਮੈਂਟ ਦੇ ਪੱਖੋਂ ਮੈਂ ਇਹ ਨਹੀਂ ਕਹੂੰਗਾ ਕਿ ਮੈਂ ਉਹਨਾਂ ਦਾ ਵਿਰੋਧੀ ਹਾਂ, ਮੈਂ ਤਾਂ ਕਹਿ ਰਿਹਾ, ਬਟ ਡਿਵੈਲਪਮੈਂਟ ਉਹਨਾਂ ਨੇ ਨਹੀਂ ਉਸ ਤਰੀਕੇ ਨਾਲ ਕਰੀ ਜਿੰਨੀ ਉਹਨਾਂ ਨੂੰ ਉਸ ਸਮੇਂ ਦੇ ਵਿੱਚ ਕਰਨੀ ਚਾਹੀਦੀ ਸੀ, ਜਿੰਨੀ ਹੋਣੀ ਚਾਹੀਦੀ ਸੀ। ਹਾਂ, ਤੇ ਹੁਣ ਵੀ ਇੱਕ ਜਿਹੜੀ ਇਹ ਚੀਜ਼ ਚੱਲ ਪਈ ਨਾ ਕਿ ਅਸੀਂ ਤੁਹਾਨੂੰ ਆਹ ਦੇਵਾਂਗੇ, ਅਸੀਂ ਤੁਹਾਨੂੰ ਆਹ ਦੇਵਾਂਗੇ, ਇਹ ਚੀਜ਼ਾਂ ਮੈਨੂੰ ਲੱਗਦਾ ਕਿ ਬਹੁਤੀਆਂ ਸਹੀ ਨਹੀਂ ਹੈਗੀਆਂ। ਪਰ ਇਹ ਹਰ ਪਾਰਟੀ ਕਰਦੀ ਹੈ। ਤੁਹਾਡੀ ਨੇ ਵੀ ਕੀਤੀ। ਬਿਲਕੁਲ, ਮੈਂ ਇਹਦੇ ਤੋਂ ਮੁਨਕਰ ਨਹੀਂ ਹੁੰਦਾ, ਪਰ ਨੌਜਵਾਨ ਅੱਜ ਕੱਲ੍ਹ ਕੀ ਸੋਚ ਰਿਹਾ। ਅੱਜ ਸਾਡੀ ਪਾਰਟੀ ਅਸਲੀ ਬਦਲਾਅ 'ਚ ਸਾਡੀ ਪਾਰਟੀ ਆ। ਇੱਕ 44 ਸਾਲ ਦੇ ਨੌਜਵਾਨ ਨੂੰ ਜਿਹਦੇ ਮਾਪਿਓ ਨਹੀਂ ਹੈਗੇ, ਬਚਪਨ 'ਚ ਹੀ ਉਹਦੇ ਸਿਰ ਤੋਂ ਸਾਇਆ ਉਹਦੇ ਮਾਪਿਓ ਦਾ ਚੱਕਿਆ ਗਿਆ, ਉਹਨੂੰ ਪਾਰਟੀ ਪਹਿਲਾਂ ਆਲ ਇੰਡੀਆ ਦਾ ਯੂਥ ਕਾਂਗਰਸ ਦਾ ਪ੍ਰੈਜ਼ੀਡੈਂਟ ਬਣਾਉਂਦੀ ਆ, ਫਿਰ ਪੰਜਾਬ ਦੀ ਕਮਾਨ ਸੰਭਾਉਂਦੀ ਆ, ਤੇ ਉਸ ਤੋਂ ਬਾਅਦ ਫਿਰ ਇੱਕ ਮੈਨੂੰ ਜਿਹੜਾ ਯੂਨੀਵਰਸਿਟੀ ਦਾ ਸਟੂਡੈਂਟ ਲੀਡਰ ਲਾਈਨ 'ਚੋਂ ਜਿਹਨੇ ਖੁਦ ਇਹ ਪ੍ਰੋਫੈਸ਼ਨ ਚੁਣਿਆ ਜਾਂ ਇੱਧਰ ਨੂੰ ਆਇਆ, ਤੇ ਅੱਜ ਉਹਨੂੰ ਲੋਕ ਸਭਾ ਲੜਾ ਰਹੀ ਆ। ਸੋ ਇਹ ਅਸਲੀ ਬਦਲਾਅ ਮੈਨੂੰ ਲੱਗਦਾ ਕਿ ਸਹੀ ਤਰੀਕੇ ਨਾਲ, ਤੇ ਮੈਂ ਵੀ ਕੋਸ਼ਿਸ਼ ਪੂਰੀ ਕਰੂੰਗਾ ਕਿ ਸਾਡਾ ਨਾ ਕੀ ਸੀ, ਇਹਨਾਂ ਦਾ ਕੋਈ ਪਾਰਟੀ ਇਹ ਨਹੀਂ ਕਹਿ ਸਕਦੀ ਕਿ ਇਹਨਾਂ ਦਾ ਵੋਟ ਬੈਂਕ ਸੀ ਆਮ ਆਦਮੀ ਦਾ। ਉਹ ਜਿਹੜੀਆਂ ਪੁਰਾਣੀਆਂ ਸਾਡੇ ਵਾਲੀਆਂ ਰਵਾਇਤੀ ਪਾਰਟੀਆਂ ਸੀ, ਉਹਨਾਂ ਤੋਂ ਲੋਕ ਨਿਰਾਸ਼ ਹੋ ਕੇ ਇਹਨਾਂ ਵੱਲ ਗਏ ਸੀ। ਉਹਨਾਂ ਨੂੰ ਦੁਬਾਰੇ ਆਪਦੇ ਵੱਲ ਉਹੀ ਬੰਦਾ ਲੈ ਕੇ ਆ ਸਕਦਾ ਜਿਨ੍ਹਾਂ ਚੋਂ ਉਹਨਾਂ ਨੂੰ ਉਮੀਦ ਦਿਖਦੀ ਹੋਵੇ ਕਿ ਯਾਰ ਇਹ ਸਾਡੇ ਨਾਲ ਖੜੂਗਾ, ਸਾਡੇ ਕੰਮ ਆਊਗਾ ਇਹ। ਕਿਉਂਕਿ ਮੈਂ ਜਿੰਨੀ ਕੁ ਵੀ ਕੋਸ਼ਿਸ਼ ਕਰ ਸਕਿਆ, ਤੇ ਮੈਂ ਚਾਹੇ ਕੋਈ ਐਜੀਟੇਸ਼ਨਸ ਨੇ, ਚਾਹੇ ਕੋਈ ਵਿਪਤਾ ਪਈ ਆ, ਮੈਂ ਕੋਸ਼ਿਸ਼ ਹਮੇਸ਼ਾ ਫਰੰਟ ਤੇ ਹੋ ਕੇ ਲੀਡ ਕਰਿਆ, ਕਿਉਂਕਿ ਲੀਡਰ ਦਾ ਕੰਮ ਹੁੰਦਾ ਫਰੰਟ ਤੇ ਹੋ ਕੇ ਲੀਡ ਕਰਨਾ। ਇਹ ਨਹੀਂ ਹੈਗਾ ਕਿ ਮੈਂ ਕਰੋਨਾ ਆਇਆ ਤੇ ਮੈਂ ਘਰੇ ਬਹਿ ਗਿਆ ਜਾਂ ਮੈਂ ਦਿੱਲੀ ਬੈਠ ਗਿਆ। ਜਿਸ ਦਿਨ ਕਰਫਿਊ ਲੱਗਿਆ ਤੇ ਉਸੇ ਦਿਨ ਮੇਰੀ ਵੀਡੀਓ ਤੁਸੀਂ ਰਿਕਾਰਡ ਕੱਢ ਕੇ ਦੇਖਿਓ ਕਿ ਉਸੇ ਦਿਨ ਪੈ ਜਾਂਦੀ ਆ ਵੀ ਭਰਾਵੋ, ਜਿਹਨੂੰ ਵੀ ਕਿਸੇ ਦਵਾਈ ਦੀ ਜ਼ਰੂਰਤ, ਕਿਸੇ ਨੂੰ ਕੋਈ ਖਾਣ ਪੀਣ ਦੇ ਸਾਧਨ ਦੀ ਜ਼ਰੂਰਤ, ਕਿਉਂਕਿ ਇੱਕਦਮ ਹੀ ਜਿੱਥੇ ਦੁਨੀਆ ਖੜੀ ਸੀ ਇੱਕਦਮ ਹੀ ਕਰਫਿਊ ਲਾ ਕੇ ਉੱਥੇ ਰੋਕਤਾ ਸਿਸਟਮ। ਬਿਲਕੁਲ, ਲੋਕਾਂ ਦੇ ਬੱਚੇ ਕਿਤੇ ਰਹਿ ਗਏ ਸੀ। ਹੁਣ ਤਾਂ ਸ਼ਾਇਦ ਆਪਾਂ ਇਹ ਸਾਰੀਆਂ ਚੀਜ਼ਾਂ ਭੁੱਲ ਗਏ, ਪਰ ਮੈਂ ਇਹ ਰਿਮਾਈਂਡ ਕਰਵਾਉਣਾ ਚਾਹਣਾ। ਤੇ ਉਸ ਟਾਈਮ ਤੇ ਕਿਹੜੇ ਲੀਡਰ ਆ ਕੇ ਖੜੇ ਮੈਦਾਨ ਦੇ ਵਿੱਚ ਲੋਕਾਂ ਦੇ ਨਾਲ, ਇਹ ਚੀਜ਼ ਲੋਕਾਂ ਨੂੰ ਸੋਚਣੀ ਚਾਹੀਦੀ ਆ। ਸਾਡਾ ਬਹੁਤ ਹੀ ਵੱਡਾ ਸੰਘਰਸ਼ ਹੋਇਆ, ਕਿਸਾਨੀ ਸੰਘਰਸ਼। ਬਿਲਕੁਲ, ਕਿਸੇ ਲੀਡਰ ਨੂੰ ਉੱਥੇ ਜਾਣੀ ਕਿ ਜਾਣ ਨਹੀਂ ਸੀ ਦਿੱਤਾ ਜਾਂਦਾ। ਪਰ ਮੈਂ ਤੇ ਮੇਰਾ ਪਰਿਵਾਰ 2 ਵਾਰ, ਇੱਕ ਵਾਰ ਸਿੰਘੂ, ਇੱਕ ਵਾਰ ਟਿੱਕਰੀ, ਪੈਦਲ ਜਾ ਕੇ ਆਏ। ਪੈਦਲ ਜਾਣਾ ਇਹ ਨਹੀਂ ਕਿ ਮੈਂ ਉੱਥੇ ਬਹੁਤ ਵੱਡੀ ਕੋਈ ਚੀਜ਼ ਕਰਤੀ, ਇੱਕ ਰੋਸ ਦਿਖਾਉਣਾ ਹੁੰਦਾ ਕਿ ਇੱਕ ਇਹ ਦੱਸਣਾ ਹੁੰਦਾ ਵੀ ਲੀਡਰ ਵੀ ਕੋਈ ਆਮ ਬੰਦਿਆਂ ਨਾਲੋਂ ਵੱਖ ਨਹੀਂ ਹੈਗਾ। ਸੋ ਇੱਕ ਤਰ੍ਹਾਂ ਦੀ ਮੈਂ ਲੀਡਰਾਂ ਦੀ ਮਾਫੀ ਵੀ ਮੰਗ ਕੇ ਆਇਆ ਤੁਰ ਕੇ, ਵੀ ਭਾਈ ਅਸੀਂ ਲੀਡਰ ਨੂੰ ਕੌਣ ਬਣਾਉਂਦਾ ਬਾਈ, ਲੋਕ ਬਣਾਉਂਦੇ। ਬਿਲਕੁਲ, ਲੋਕਾਂ ਤੋਂ ਬਿਨਾਂ ਕੀ ਆ ਤੁਹਾਡੇ ਕੋਲ, ਕੁਝ ਵੀ ਨਹੀਂ ਹੈਗਾ। ਤੁਸੀਂ ਟੀਮ ਦੇ ਨਾਲ ਕੰਮ ਕਰਦੇ ਹੋ, ਠੀਕ ਹੈ ਨਾ ਜੀ। ਤੇ ਅੱਜ ਦਾ ਸਮਾਂ ਆ ਗਿਆ, ਲੋਕ ਵੀ ਇਹ ਦੁਚਿੱਤੀ ਚ ਨੇ ਵੀ ਅਸੀਂ ਕਿੱਧਰ ਨੂੰ ਜਾਈਏ, ਕੀ ਕਰੀਏ। ਤੇ ਨਹੀਂ, ਤੁਸੀਂ ਇੰਨੀ ਜਲਦੀ ਆਹ ਸਾਰੀ ਚੀਜ਼ ਨਹੀਂ ਇੰਨੀ ਜਲਦੀ ਹੁੰਦੀ। ਅੱਛਾ, ਇੱਕ ਚੀਜ਼ ਹੋਰ, ਤੁਸੀਂ ਨਿਰਾਸ਼ਾ ਦੀ ਗੱਲ ਕਰੀ, ਇੱਕ ਚੀਜ਼ ਜ਼ਰੂਰ ਦੱਸਿਓ, ਇਹ ਫਿਰ ਨਿਰਾਸ਼ਾ ਨੂੰ ਦਲਬੀਰ ਗੋਲਡੀ ਕਿਵੇਂ ਪਾਸੇ ਕਰ ਪਾਊਗਾ ਕਿ ਲੋਕਾਂ ਦੀ ਨਿਰਾਸ਼ਾ ਨੂੰ ਜਿਹੜਾ ਹੈਗਾ ਆ ਉਹਨੂੰ ਖੁਸ਼ੀ 'ਚ ਬਦਲ ਪਾਓ ਕਿ ਨਹੀਂ ਯਾਰ ਆਹ ਮੁੰਡਾ ਸਾਡਾ ਹੀ ਸਾਡੇ ਲਈ ਕੰਮ ਕਰੂਗਾ। ਕਿਉਂਕਿ ਜੇਕਰ ਚਲੋ ਠੀਕ ਆ, ਮੰਨਦੇ ਰਵਾਇਤੀ ਪਾਰਟੀਆਂ ਜਿਵੇਂ ਤੁਸੀਂ ਕਿਹਾ ਕਿ ਲੋਕ ਨਿਰਾਸ਼ ਸੀ, ਇਹ ਕੀ ਕਾਬਲੀਅਤ ਆ ਦਲਬੀਰ ਗੋਲਡੀ ਦੇ ਵਿੱਚ ਕਿ ਉਸ ਚੀਜ਼ ਨੂੰ ਪਾਸੇ ਰੱਖ ਕੇ ਕਹੂਗਾ ਨਹੀਂ ਯਾਰ ਮੇਰੀ ਜੱਫੀ ਦੇ ਵਿੱਚ ਆਓ। ਦੇਖੋ ਬਈ, ਸਾਰਿਆਂ ਦਾ ਮੈਂ ਸਤਿਕਾਰ ਕਰਦਾ ਜਿਹੜੇ ਮੇਰੇ ਵਿਰੋਧੀ ਲੀਡਰਸ ਨੇ, ਠੀਕ ਹੈ ਨਾ ਜੀ। ਸਾਰੇ ਚੰਗੇ ਬੰਦੇ ਹੁੰਦੇ ਨੇ, ਕੋਈ ਮਾੜਾ ਨਹੀਂ ਹੁੰਦਾ, ਨਾ ਹੀ ਕੋਈ ਪਾਰਟੀ ਚੰਗੀ ਹੁੰਦੀ ਹੈ। ਚੰਗਾ ਹੁੰਦਾ ਪਾਰਟੀ ਨੂੰ ਲੀਡ ਕਰਨ ਵਾਲਾ, ਪਾਰਟੀ ਨੂੰ ਕੌਣ ਬੰਦਾ ਲੀਡ ਕਰ ਰਿਹਾ, ਕੀ ਉਹਦੇ ਤੇ ਲੋਕਾਂ ਦਾ ਵਿਸ਼ਵਾਸ ਹੈ, ਕਿ ਉਹ ਲੋਕਾਂ ਦੇ ਖਰਾ। ਤੇ ਮੈਂ ਇਹ ਚੀਜ਼ਾਂ ਕਈ ਲੋਕਾਂ ਨੂੰ ਕਰਕੇ ਦਿਖਾਈਆਂ ਹੋਈਆਂ। ਤੁਹਾਨੂੰ ਕੀ ਲੱਗਦਾ ਜੋ ਹੁਣ ਤੁਹਾਡੀ ਪਾਰਟੀ ਨੂੰ ਲੀਡ ਕਰ ਰਹੇ ਨੇ ਸਹੀ ਨੇ? ਬਿਲਕੁਲ ਸਹੀ ਨੇ ਜੀ। ਤੇ ਫਿਰ ਪਾਰਟੀ ਦੇ ਜਿਵੇਂ ਆਪਾਂ ਕਹਿੰਦੇ ਆ ਥੰਮ, ਆਪਾਂ ਥੰਮ ਆਖ ਲਈਏ, ਜਿਹੜੇ ਪੁਰਾਣੇ ਲੀਡਰ ਹੁੰਦੇ ਆ ਉਹਨਾਂ ਨੂੰ ਅਕਸਰ ਥੰਮ ਹੀ ਆਖਦੇ ਆ। ਫਿਰ
ਇੰਨੀ ਜਲਦੀ ਦੇ ਨਾਲ ਕਾਂਗਰਸ ਨੂੰ ਛੱਡ ਕੇ ਕਿਉਂ ਜਾ ਰਹੇ ਨੇ? ਜੇਕਰ ਚੰਗਾ ਤੁਸੀਂ ਕਹਿੰਦੇ ਹੋ ਕਿ ਲੀਡ ਸਾਡੀ ਪਾਰਟੀ ਨੂੰ ਚੰਗਾ ਲੀਡਰ ਕਰ ਰਿਹਾ, ਫਿਰ ਥੰਮ ਕੋ ਛੱਡ ਕੇ ਜਾ ਰਹੇ ਨੇ? ਤੇ ਇੱਕ ਗੱਲ ਹੋਰ ਆ ਬਾਈ, ਥੰਮਾਂ ਤੋਂ ਬਿਨਾ ਫਿਰ ਤੁਹਾਨੂੰ ਪਤਾ ਮਕਾਨ ਟਿਕਦਾ ਵੀ ਨਹੀਂ ਬਹੁਤਾ ਚਿਰ। ਮੈਨੂੰ ਲੱਗਦਾ ਕਿ ਇਹੀ ਬੰਦਿਆਂ ਕਰਕੇ ਸਾਡੀ ਜਿਹੜੀ ਪਿਛਲੇ ਸਮੇਂ ਦੇ ਵਿੱਚ ਪੋਜੀਸ਼ਨ ਸੀ ਉਹ ਖਰਾਬ ਹੋਈ ਸੀ। ਹੁਣ ਉਹਨਾਂ ਨੇ ਅੱਜ ਕੋਈ ਵਿਚਾਰਧਾਰਾ ਦੇ ਕਰਕੇ ਥੋੜੀ ਗਏ ਨੇ, ਆਪਦੀਆਂ ਇੱਛਾਵਾਂ ਕਰਕੇ ਗਏ ਨੇ। ਤੇ ਲੀਡਰ ਤਾਂ ਉਹ ਹੁੰਦਾ ਜੋ ਲੋਕਾਂ ਦੀ ਇੱਛਾ ਨੂੰ ਸਮਝੇ ਤੇ ਉਹਨਾਂ ਦੇ ਅਕੋਰਡਿੰਗ ਕੰਮ ਕਰੇ। ਤੇ ਲੀਡਰ ਉਹ ਨਹੀਂ ਹੁੰਦਾ ਵੀ ਮੈਂ ਆਪਦੇ ਫਾਇਦੇ ਲਈ ਆਪਣੇ ਆਪ ਨੂੰ ਕੋਈ ਖੱਬੇ ਸੱਜੇ ਲੈ ਜਾਵਾਂ ਕਿਸੇ ਜਗ੍ਹਾ ਤੇ। ਹੁਣ ਮੈਂ ਨਹੀਂ ਕਹਿੰਦਾ ਕੋਈ ਮੇਰੇ ਵਿਰੋਧੀ ਮਾੜੇ ਨੇ, ਟੋਲ ਪਲਾਜ਼ਾ ਲੜਿਆ ਜੀ ਮੈਂ ਲੜਾਈ, ਠੀਕ ਹੈ ਨਾ, ਕੱਲਾ ਮੈਂ ਤਾਂ ਲੰਘਣਾ ਨਹੀਂ, ਬਿਲਕੁਲ ਸਾਨੂੰ ਤਾਂ ਵੈਸੇ ਵੀ ਟੋਲ ਪਲਾਜ਼ੇ ਵਾਲੇ ਕੱਢ ਦਿੰਦੇ ਨੇ, ਉੱਥੋਂ ਦੀ ਲੰਘੂਗਾ ਕੌਣ? ਮਲੇਰਕੋਟਲਾ, ਧੂਰੀ, ਸੰਗਰੂਰ, ਲਹਿਰਾ, ਦੜਬਾ, ਸਨਾਮ, ਲੁਧਿਆਣੇ ਤੱਕ, ਅੰਮ੍ਰਿਤਸਰ ਤੱਕ ਜਦੋਂ ਮੈਂ ਕਿਸੇ ਦੀ ਜੇਬ ਚੋਂ ਬਾਈ ਜੀ 80 ਰੁਪਏ ਬਚਾ ਦਿੰਨਾ ਤੇ ਮੈਨੂੰ ਲੱਗਦਾ ਕਿ ਮੈਂ ਬਹੁਤ ਵੱਡਾ ਕੰਮ ਕਰ ਲਿਆ। ਮੇਰੇ ਨਾਲ ਕੋਈ ਚੀਜ਼ ਜੁੜੀ ਤਾਂ ਹੈਗੀ ਨਾ, ਮੈਂ ਕੋਈ ਚੀਜ਼ ਇਹਦੇ 'ਚ ਮੈਂ ਕੋਈ ਸਰਕਾਰੀ ਗ੍ਰਾਂਟ ਨਹੀਂ ਲਈ, ਇਹਦੇ 'ਚ ਮੈਂ ਕੋਈ ਸਰਕਾਰ ਪਾਸਿਓਂ ਹੈਲਪ ਨਹੀਂ ਲਈ, ਇਹਦੇ 'ਚ ਮੈਂ ਸਿਰਫ ਇੰਨਾ ਦੱਸਣਾ ਚਾਹਿਆ ਕਿ ਲੀਡਰਸ਼ਿਪ ਜਿਹੜੀ ਹੁੰਦੀ ਆ ਉਹ ਜ਼ਰੂਰੀ ਨਹੀਂ ਹੁੰਦਾ ਵੀ ਸਰਕਾਰ ਦੇ ਨਾਲ ਹੀ ਸਿਸਟਮ ਚਲਾ ਸਕੇ, ਠੀਕ ਹੈ ਨਾ ਜੀ। ਉਹਦੇ ਤਾਕਤ ਹੋਣੀ ਚਾਹੀਦੀ, ਉਹਦੀ ਲੋਕ ਵੀ ਮਦਦ ਕਰਦੇ ਨੇ। ਹੁਣ ਮੈਂ ਕਰੋਨਾ ਵੇਲੇ ਇੰਨਾ ਕੰਮ ਕਰਿਆ, ਉਹ ਮੈਂ ਇਕੱਲੇ ਨੇ ਥੋੜੀ ਕਰਿਆ ਜੀ, ਉਹ ਮੈਨੂੰ ਦੇਖ ਕੇ ਲੋਕ ਜੁੜਦੇ ਗਏ, ਉਹ ਮੇਰੇ ਨਾਲ ਤੁਰੇ। ਹੁਣ ਮੈਂ ਕੱਲਾ ਤੁਰ ਕੇ ਸਿੰਘੂ ਟਿਕਰੀ ਕੱਲਾ ਥੋੜੀ ਗਿਆ ਜੀ, ਮੈਨੂੰ ਲੋਕ ਨਾਲ ਮੇਰੇ ਤੁਰੇ ਤਾਂ ਹੀ ਮੈਂ ਉੱਥੇ ਗਿਆ। ਸੋ ਇਹ ਚੀਜ਼ਾਂ ਨੂੰ ਧਿਆਨ 'ਚ ਰੱਖਣਾ ਪਊਗਾ। ਹੁਣ ਮੈਂ ਤੁਹਾਨੂੰ ਛੋਟੀ ਜਿਹੀ ਗੱਲ ਸੁਣਾਉਣਾ। ਮੈਂ ਤੇ ਮੇਰੇ ਬੱਚਿਆਂ ਨੇ ਕਿਸੇ ਜਗ੍ਹਾ ਤੇ ਘੁੰਮਣ ਜਾਣਾ ਸੀ ਤੇ ਅਸੀਂ ਨੇ ਸੋਚਿਆ ਕਿ ਨਹੀਂ ਯਾਰ, ਫਿਰ ਅਸੀਂ ਸਰਕਾਰੀ ਸਕੂਲ ਦੇ ਬੱਚਿਆਂ ਨੂੰ ਵਿਧਾਨ ਸਭਾ ਦਿਖਾ ਕੇ ਲੈ ਕੇ ਇੱਕ ਦਿਨ ਦਾ ਟ੍ਰਿਪ ਲੈ ਕੇ ਗਏ। ਫਿਰ ਅਗਲੀ ਵਾਰ ਉਹਨਾਂ ਨੂੰ ਮੂਵੀ ਦਿਖਾ ਕੇ ਲੈ ਕੇ ਆਏ। ਸਾਨੂੰ ਸਮਝਣਾ ਪਊਗਾ ਕਿ ਕੋਈ ਜਿਹੜੇ ਸਾਡੀ ਨੌਜਵਾਨ ਨੇ ਉਹ ਕੀ ਸੋਚ ਰਹੇ ਨੇ। ਹੁਣ ਕੋਈ ਜੇ ਮੈਂ ਇੱਕ ਬੰਦਾ, ਮੇਰੇ ਕੋਲ ਵਿਧਾਨ ਸਭਾ ਸੀ, 74 ਮੇਰੇ ਪਿੰਡ ਨੇ, ਮੈਂ 400 ਮੀਟਰ ਦੇ ਸਿੰਡਰ ਟਰੈਕ ਵਿੱਚ ਸਾਰੀਆਂ ਫੈਸਿਲਿਟੀਜ਼ ਉਹਦੇ 'ਚ ਦਿੱਤੀਆਂ ਤਾਂ ਕਿ ਸਾਡੇ ਨੌਜਵਾਨ ਪੁਲਿਸ ਦੀ ਤੇ ਫੌਜ ਦੀ ਭਰਤੀ ਵੇਲੇ ਸੜਕਾਂ ਤੇ ਭੱਜਦੇ ਫਿਰਦੇ ਸੀ। ਕੀ ਅੱਜ ਤੱਕ ਕਿੰਨੇ ਉਰੇ ਬੰਦੇ ਰਹੇ ਨੇ, ਉਹਨਾਂ ਦੇ ਕਦੇ ਦਿਮਾਗ 'ਚ ਆਇਆ ਹੀ ਨਹੀਂ ਕਿ ਯਾਰ ਇੱਥੇ ਸਟੇਡੀਅਮ ਹੋਣਾ ਚਾਹੀਦਾ ਨੌਜਵਾਨਾਂ ਲਈ। ਵਾਲੀਬਾਲ ਸ਼ੂਟਿੰਗ ਸਾਡੇ ਪਿੰਡਾਂ 'ਚ ਅਹਿਮ ਗੇਮ ਆ, ਨਾ ਉਹਦੇ ਤੇ ਖਰਚਾ ਜ਼ਿਆਦਾ ਆਉਂਦਾ ਤੇ ਐਕਸਰਸਾਈਜ਼ ਉਹਦੀ ਪੈਰ ਦੇ ਨੌਂ ਤੋਂ ਸਿਰ ਤੱਕ ਹੁੰਦੀ ਆ। ਸਸਤੀ ਗੇਮ ਆ, ਜਾਣੀ ਕਿ ਪਿੰਡ ਵਾਲੇ ਅਸੀਂ ਸਾਰੇ ਜਿਹੜੇ, ਮੈਂ ਖੁਦ ਆਪ ਖੇਡਦਾ ਉਹ, ਮੈਂ 58 ਪਿੰਡਾਂ 'ਚ ਗਰਾਊਂਡ ਬਣਾ ਸਕਦਾ। ਕੀ ਮੈਂ ਪੂਰੇ ਸੰਗਰੂਰ ਲੋਕ ਸਭਾ 'ਚ ਨਹੀਂ ਬਣਾ ਸਕਦਾ ਜੇ ਮੈਨੂੰ ਮੌਕਾ ਮਿਲੂਗਾ? ਤਾਂ ਮੈਂ ਸਿਰਫ ਇਹ ਦੱਸਣਾ ਚਾਹ ਰਿਹਾ ਕਿ ਮੈਂ ਤਾਂ ਜੇ ਮੇਰੀ ਸਰਕਾਰ ਵੀ ਸੀ ਤਾਂ ਵੀ ਮੈਂ ਟੋਲ ਪਲਾਜ਼ੇ ਦੇ ਖਿਲਾਫ ਆਪਣੀ ਸਰਕਾਰ ਨਾਲ ਵੀ ਮੱਥਾ ਲਾਇਆ ਸੀਗਾ। ਸੋ ਮੈਨੂੰ ਲੱਗਦਾ ਕਿ ਨੌਜਵਾਨਾਂ ਨੂੰ ਲੋਕ ਸਾਥ ਦੇਣਗੇ ਤੇ ਮੈਂ ਸੰਗਰੂਰ ਵਾਲਿਆਂ ਦਾ ਸਿਰ ਨਹੀਂ ਝੁਕਣ ਦਊਂਗਾ ਜੇ ਮੈਨੂੰ ਮੌਕਾ ਮਿਲੂਗਾ। ਤੇ ਆ ਤਾਂ ਸਮਾਂ ਹੀ ਬਹੁਤ ਥੋੜਾ, 10 ਦਿਨ ਨੇ, ਮੈਂ ਤਾਂ ਖੈਰ ਪਹੁੰਚਿਆ ਤਾਂ ਨਹੀਂ ਜਾਣਾ ਹਰ ਇੱਕ ਜਗ੍ਹਾ ਤੇ, ਪਰ ਮੈਂ ਤੁਹਾਡੇ ਚੈਨਲ ਰਾਹੀਂ ਇਹ ਵਾਅਦਾ ਕਰਦਾ ਕਿ ਇਲੈਕਸ਼ਨ ਦਾ ਰਿਜ਼ਲਟ ਕੁਝ ਵੀ ਹੋਵੇ, ਬਟ ਮੈਂ ਆਪਦੀ ਕਨਸਟੀਚੁਐਂਸੀ ਦੇ ਹਰੇਕ ਸ਼ਹਿਰ, ਹਰੇਕ ਕਸਬੇ ਤੇ ਹਰੇਕ ਪਿੰਡ ਜਾਊਂਗਾ ਤੇ ਉਹਨਾਂ ਦੀਆਂ ਮੁਸ਼ਕਿਲਾਂ ਨੂੰ ਜਾਣੂ ਹੋਣ ਤੋਂ ਕੰਮ ਕਰਵਾਊਂਗਾ, ਕਿਉਂਕਿ ਇਹ 1.5 ਸਾਲ ਹੀ ਹੈ ਜਿਹੜੀ ਅਗਲੀ ਲੋਕ ਸਭਾ ਦੇ ਵਿੱਚ ਫਰਕ ਰਹਿੰਦਾ। ਬਿਲਕੁਲ ਠੀਕ ਹੈ। ਤੁਸੀਂ ਕੰਮਾਂ ਦੀ ਗੱਲ ਕਰੀਏ, ਜੇ ਫਿਰ ਵਿਧਾਇਕ ਬਣ ਕੇ ਗੋਲਡੀ ਨੇ ਕੰਮ ਕਰਵਾਏ ਸੀ, ਲੋਕਾਂ ਦੇ ਵਿੱਚ ਵਿਚਰਦੇ ਰਹੇ, ਤੁਸੀਂ ਅਕਸਰ ਇੰਟਰਵਿਊ ਦੇ ਵਿੱਚ ਵੀ ਮੈਂ ਸੁਣਦੇ ਹੋ ਕਿ ਮੇਰੇ ਤੇ ਕਿਸੇ ਤਰ੍ਹਾਂ ਦਾ ਕੋਈ ਐਲੀਗੇਸ਼ਨ ਨਹੀਂ, ਮੈਂ ਬੇਦਾਗ ਹਾਂ, ਤਾਂ ਫਿਰ ਲੋਕਾਂ ਨੇ ਐਤਕੀ ਕਿਉਂ ਨਹੀਂ ਕਬੂਲਿਆ ਗੋਲਡੀ ਨੂੰ? ਇਹ ਇੱਕ ਜਿਹੜੀ ਪੂਰੇ ਪੰਜਾਬ 'ਚ ਇੱਕ ਵੇਵ ਚੱਲ ਰਹੀ ਸੀ ਸਾਰੇ ਪਾਰਟੀਆਂ ਦੇ ਅਗੇਂਸਟ ਵੀ ਬਦਲਾਅ ਲੈ ਕੇ ਆਉਣਾ, ਤੇ ਮੇਰੇ ਖਿਲਾਫ ਤਾਂ ਫਿਰ ਲੜੀ ਸੀਐਮ ਫੇਸ ਰਹੇ ਸੀ। ਤੇ ਤੁਸੀਂ ਇਹ ਦੱਸੋ ਵੀ ਮੈਂ ਲੜਿਆ ਕਿਵੇਂ? ਇਹ ਨਾ ਦੇਖੋ ਮੈਂ ਹਾਰਿਆ ਜਾਂ ਜਿੱਤਿਆ, ਠੀਕ ਹੈ ਨਾ ਜੀ। ਮੈਂ ਕੋਸ਼ਿਸ਼ ਕਰੀ ਆਪਦੀ ਤੇ ਮੈਂ ਕੰਮਾਂ ਨੂੰ ਹੀ ਮੂਰੇ ਰੱਖਿਆ ਤੇ ਮੈਂ ਹੋਰ ਤਾਂ ਕੁਝ ਵੀ ਨਹੀਂ ਕਰਿਆ। ਕੰਮ ਹੀ ਸਾਡੀ ਕਮਾਈ ਕੀ ਹੈ ਜੀ ਝੋਲੀ 'ਚ? ਇਹ ਤਾਂ ਲੋਕਾਂ ਨੇ ਦੇਖਣਾ ਵੀ ਅਸੀਂ ਕਿਹਦੇ ਤੋਂ ਸੇਵਾ ਲੈਣੀ ਆ, ਜਾਂ ਉਸ ਗੁਰੂ ਮਹਾਰਾਜ ਨੇ ਦੇਖਣਾ ਵੀ ਅਸੀਂ ਕਿਹਦੇ ਤੋਂ ਸੇਵਾ ਲੈਣੀ ਆ। 5 ਸਾਲ ਮੇਰੇ ਹਿੱਸੇ ਸੇਵਾ ਆਈ, ਆਹ 5 ਸਾਲ ਸੀਐਮ ਸਾਹਿਬ ਦੇ ਹਿੱਸੇ ਸੇਵਾ ਆਈ, ਲੋਕ ਸਭਾ ਦੇ ਵਿੱਚ ਵੀ ਜੇ ਮੇਰੇ ਤੇ ਆਸ਼ੀਰਵਾਦ ਹੋਇਆ ਤਾਂ ਮੇਰੇ ਹਿੱਸੇ ਸੇਵਾ ਹੋਊਗੀ, ਨਹੀਂ ਕਿਸੇ ਹੋਰ ਦੇ ਹਿੱਸੇ ਸੇਵਾ ਹੋਊਗੀ। ਪਰ ਮੈਂ ਕਦੇ ਆਪਦੀ ਜ਼ਿੰਦਗੀ 'ਚੋਂ ਹਜੇ ਤਾਂ ਬਹੁਤ ਵਾਰ ਮੈਂ ਜਿੱਤਿਆ ਵੀ ਹਾਂ ਤੇ ਬਹੁਤ ਵਾਰ ਮੈਂ ਹਾਰਿਆ ਵੀ ਹਾਂ, ਕਿਉਂਕਿ ਮੈਂ ਤਾਂ 2002 ਤੋਂ ਕਲਾਸ ਰਿਪਰੈਜ਼ੈਂਟੇਟਿਵ ਤੋਂ ਹੌਲੀ 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 ਇੱਥੇ ਤੱਕ ਆਇਆ। ਮੇਰਾ ਫੈਮਿਲੀ ਪਿਛੋਕੜ ਨਹੀਂ ਹੈਗਾ, ਮੇਰੇ ਤਾਂ ਦੂਰ ਦੀ ਰਿਸ਼ਤੇਦਾਰੀ 'ਚ ਵੀ ਕੋਈ ਸਰਪੰਚ ਹੀ ਨਹੀਂ ਸੀ ਲੜਿਆ। ਸੋ ਮੈਂ ਤੇ ਮੇਰੀ ਵਾਈਫ ਜਿਹੜੀ ਮੇਰੀ ਸਟਰੈਂਥ ਆ, ਅਸੀਂ ਦੋਵਾਂ ਨੇ ਮਿਹਨਤ ਕਰਕੇ, ਮੇਰੇ ਪਿਤਾ ਜੀ ਦਾ ਮੇਰੇ ਤੇ ਬਹੁਤ ਆਸ਼ੀਰਵਾਦ ਆ। ਸੋ ਅਸੀਂ ਕੋਸ਼ਿਸ਼, ਮੇਰਾ ਤਾਂ ਇਸ ਵਾਰ ਵੀ ਕੋਈ ਇਹ ਨਹੀਂ ਹੈਗਾ
ਕਿ ਆਹ ਇਲੈਕਸ਼ਨ ਮੈਂ ਜਿੱਤ ਜੂੰਗਾ ਤਾਂ ਮੈਂ ਕੰਮ ਕਰਨੇ ਛੱਡ ਦੂੰ, ਜਾਂ ਮੈਂ ਇਲੈਕਸ਼ਨ ਹਾਰ ਜੂੰ ਤਾਂ ਮੈਂ ਕੰਮ ਕਰਨੇ ਛੱਡ ਦੂੰ। ਮੇਰਾ ਮਕਸਦ ਤਾਂ ਇਹੀ ਆ ਵੀ ਅਸਲੀ 'ਚ ਬਦਲਾਅ ਲੈ ਕੇ ਆਉਣਾ। ਇਸ ਵਾਰ ਮੈਂ ਸਾਰਿਆਂ ਨੂੰ ਤੁਹਾਡੇ ਮਾਧਿਅਮ ਰਾਹੀਂ ਕਹਿਣਾ ਚਾਹਣਾ ਕਿ ਯਾਰ ਕਿਸੇ ਨੂੰ ਕ੍ਰਿਟੀਸਾਈਜ਼ ਨਾ ਕਰਿਓ, ਕਿਸੇ ਨੂੰ ਵੀ। ਸਾਰੇ ਸਤਿਕਾਰਯੋਗ ਨੇ, ਸਾਰਿਆਂ ਦੇ ਬੱਚੇ ਹੁੰਦੇ ਨੇ, ਸਾਰਿਆਂ ਦੀਆਂ ਭੈਣਾਂ ਹੁੰਦੀਆਂ ਨੇ, ਸਾਰਿਆਂ ਦੇ ਭਰਾ ਹੁੰਦੇ ਨੇ। ਜਦੋਂ ਆਪਾਂ ਫੇਸਬੁੱਕ ਤੇ ਕਿਸੇ ਨੂੰ ਗਾਲ ਕੱਢਦੇ ਆ ਨਾ ਤਾਂ ਉਹ ਬਹੁਤ ਨੈਗੇਟਿਵ ਮੈਸੇਜ ਆਉਂਦਾ। ਕੱਲ ਸਿੱਧੂ ਮੂਸੇਵਾਲਾ ਸਾਹਿਬ ਦੇ ਫਾਦਰ ਸਾਹਿਬ ਨੇ ਵੀ ਇਹ ਬੇਨਤੀ ਕਰੀ ਕਿ ਯਾਰ ਸੋਸ਼ਲ ਮੀਡੀਆ ਗਲਤ ਪਾਸੇ ਨੂੰ ਲੈ ਕੇ ਜਾ ਰਿਹਾ ਹੈ ਸਿਸਟਮ ਨੂੰ। ਤੁਸੀਂ ਆਪਦੇ ਵਿਚਾਰ ਰੱਖੋ। ਸਾਰੇ ਮੀਡੀਆ ਨੂੰ, ਸਾਰੇ ਜਿਹੜੇ ਕੈਂਡੀਡੇਟਸ ਨੇ ਉਹ ਬੁਲਾਉਣ। ਬਣਾਸਰ ਬਾਗ ਰੱਖ ਲਓ ਪ੍ਰੋਗਰਾਮ ਸੰਗਰੂਰ, ਤੇ ਆਪਦਾ ਸਿਰਫ 5 ਮਿੰਟ ਉਹਨਾਂ ਨੇ ਆਪਦੀਆਂ ਅਚੀਵਮੈਂਟਸ ਗਰਾਉਣੀਆਂ ਨੇ ਤੇ ਉਹਨਾਂ ਨੇ ਗਾਹਾਂ ਕੀ ਕਰਨਾ, ਇਸ ਤੇ ਗੱਲ ਹੋਵੇ ਤੇ ਲੋਕ ਫੈਸਲਾ ਕਰਨ ਵੀ ਅਸੀਂ ਵੋਟ ਕਿਹਨੂੰ ਪਾਉਣੀ ਆ। ਅਕਸਰ ਦੇਖਿਆ ਜਾਂਦਾ ਵੀ ਅੱਧਾ ਘੰਟਾ ਤਾਂ ਲੋਕ ਇੱਕ ਦੂਜੇ ਬਾਰੇ ਬੋਲੀ ਜਾਂਦੇ ਨੇ। ਬਿਲਕੁਲ। ਹਾਲਾਂਕਿ ਲੋਕਾਂ ਨੇ ਇਹ ਚੀਜ਼ ਤੋਂ ਕੀ ਲੈਣਾ? ਲੋਕਾਂ ਨੇ ਤਾਂ ਇਹ ਦੇਖਣਾ ਵੀ ਤੁਸੀਂ ਯਾਰ ਜੇ ਜਿੱਤੇ ਤਾਂ ਤੁਸੀਂ ਸਾਡੇ ਲਈ ਕੀ ਕੰਮ ਕਰਵਾਓਗੇ, ਠੀਕ ਹੈ ਨਾ? ਤੁਹਾਡਾ ਵਿਜ਼ਨ ਕੀ ਆ, ਤੁਸੀਂ ਪਹਿਲਾਂ ਕੀ ਕਰਿਆ। ਤੇ ਮੈਨੂੰ ਲੱਗਦਾ ਕਿ ਪਹਿਲਾਂ ਕਾਲਜ, ਫਿਰ ਯੂਨੀਵਰਸਿਟੀ, ਫਿਰ ਯੂਥ ਕਾਂਗਰਸ, ਅੱਜ ਤੱਕ ਕੋਈ ਵੀ ਕਿਸੇ ਵੀ ਅਹੁਦੇ ਤੇ ਮੈਂ ਨੋਮੀਨੇਟਡ ਨਹੀਂ ਹੋਇਆ। ਮੈਂ ਹਮੇਸ਼ਾ ਇਲੈਕਸ਼ਨ ਲੜੀ ਆ ਤੇ ਪੋਜ਼ਿਟਿਵ ਸੋਚਣਾ ਲੜਨੀ ਹੈ ਇਸ ਵਾਰ ਵੀ। ਕੋਈ ਕਿਸੇ ਦੇ ਅਗੇਂਸਟ ਨਹੀਂ ਬੋਲਣਾ, ਆਪਦੇ ਕੰਮ ਵੱਲ ਧਿਆਨ ਦੇਣਾ, ਠੀਕ ਹੈ ਨਾ ਜੀ? ਹਰ ਇੱਕ ਦੀ ਮਰਜ਼ੀ ਆ, ਡੈਮੋਕ੍ਰੇਟਿਕ ਕੰਟਰੀ ਦੇ ਵਿੱਚ ਰਹਿਣੇ ਆ, ਠੀਕ ਹੈ? ਕੋਈ ਕਿਸੇ ਦੇ ਵਿਚਾਰ ਆਪਾਂ ਰੋਕ ਤਾਂ ਸਕਦੇ ਨਹੀਂ, ਕੋਈ ਕਿੱਧਰ ਜਾ ਰਿਹਾ ਉਹਨੂੰ ਰੋਕ ਤਾਂ ਸਕਦੇ ਨਹੀਂ। ਆਪਾਂ ਤਾਂ ਆਪਦੀ ਬਿਹਤਰੀ ਕਿਵੇਂ ਕਰ ਸਕਦੇ ਹਾਂ, ਸਮਾਜ ਦੀ ਸਿਰਜਣਾ ਚੰਗੇ ਪਾਸੇ ਨੂੰ ਕਿਵੇਂ ਲੈ ਕੇ ਜਾ ਸਕਦੇ ਹਾਂ। ਤੁਸੀਂ ਕੀ ਮੰਨਦੇ ਹੋ ਕਿ ਜਿਹੜੇ ਤੁਹਾਡੇ ਖਿਲਾਫ ਤੇ ਕੈਂਡੀਡੇਟ ਨੇ ਕਿ ਤੁਹਾਡੀ ਦੇਣ ਲੋਕਾਂ ਨੂੰ ਉਹਨਾਂ ਤੋਂ ਵੱਧ ਆ, ਜਿਵੇਂ ਤੁਸੀਂ ਦੱਸ ਰਹੇ ਹੋ? ਤੁਸੀਂ ਇਹ ਕਹਿੰਦੇ ਹੋ? ਨਹੀਂ, ਮੈਂ ਨਹੀਂ ਕਹਿ ਰਿਹਾ ਇਹ, ਬਟ ਮੈਂ ਵੀ ਯਾਨੀ ਕਿ ਵੀ ਮੈਂ ਤਾਂ ਸਿਰਫ ਵੀ ਲੋਕਾਂ ਨੂੰ ਇਹ ਦੱਸਣ ਦੀ ਕੋਸ਼ਿਸ਼ ਕਰ ਰਿਹਾ ਵੀ ਮੈਂ ਪਹਿਲਾਂ ਵੀ ਐਗਜ਼ਾਮਪਲ ਤੁਹਾਡੇ ਸਾਹਮਣੇ ਦਿਖਾਈ ਆ। ਬਾਕੀ ਮਰਜ਼ੀ ਤੁਹਾਡੀ ਆ। ਤੁਹਾਨੂੰ ਲੱਗਦਾ ਕਿ ਸ਼ਾਇਦ ਮੇਰੇ ਕੰਮ 'ਚ ਕਮੀ ਹੋਊਗੀ ਤਾਂ ਤੁਹਾਡੀ ਮਰਜ਼ੀ ਆ, ਤੁਸੀਂ ਕੀ ਕਰਨਾ ਚਾਹੁੰਦੇ ਹੋ। ਪਰ ਮੈਂ ਤੁਹਾਡੇ ਨਾਲ ਵਾਅਦਾ ਕਰਦਾ ਕਿ ਸੰਗਰੂਰ ਵਾਲਿਆਂ ਨੂੰ ਮਾਣ ਹੋਊਗਾ ਜੇ ਮੈਨੂੰ ਉਹ ਲੋਕ ਸਭਾ 'ਚ ਭੇਜਣਗੇ। ਸਿਰ ਚੜ੍ਹਦੀ ਕਲਾ ਵੱਲ ਨੂੰ ਰਹੂਗਾ ਸੰਗਰੂਰ ਵਾਲਿਆਂ ਦਾ। ਇੱਕ ਮੁੱਦਾ ਵੀ ਯਾਨੀ ਕਿ ਕਿਉਂਕਿ ਆਪਾਂ ਪੜ੍ਹੇ ਲਿਖੇ ਆ, ਆਪਾਂ ਪਹਿਲਾਂ ਪੁੱਛ ਕੇ ਜਾਣਾ ਵੀ ਦੱਸੋ ਬਈ ਇਸ ਵਾਰ ਕਿਹੜੇ ਪ੍ਰਸ਼ਨ ਲੋਕ ਸਭਾ 'ਚ ਚੱਕੇ ਜਾਣ। ਇਹ ਬਾਈ ਕਹਿੰਦੇ ਹਰੇਕ ਹੁੰਦੇ ਆ, ਇਹ ਤੁਸੀਂ ਵੀ ਕਹਿ ਰਹੇ ਹੋ, ਇਹ ਹਾਲਾਂਕਿ ਆਮ ਆਦਮੀ ਪਾਰਟੀ ਵੀ ਕਹਿੰਦੀ ਰਹੀ, ਹੋਰ ਵੀ ਬੜੇ ਲੀਡਰ ਇਹ ਕਹਿੰਦੇ ਜ਼ਰੂਰ ਹੁੰਦੇ ਆ ਵੋਟਾਂ ਤੋਂ ਪਹਿਲਾਂ ਕਿ ਅਸੀਂ ਲੋਕਾਂ ਤੋਂ ਪੁੱਛਾਂਗੇ, ਆਹ ਕਰਾਂਗੇ, ਉਹ ਕਰਾਂਗੇ, ਹਨਾ। ਪਰ ਜਦੋਂ ਜਿੱਤ ਝੋਲੀ ਦੇ ਵਿੱਚ ਪੈਂਦੀ ਹੈ, ਜਦੋਂ ਤਾਜ ਸਿਰ ਤੇ ਸੱਜ ਜਾਂਦਾ, ਉਦੋਂ ਪੁੱਛਦਾ ਕੋਈ ਨਹੀਂ। ਇਹੀ ਗੱਲ ਦੇ ਨਾਲ ਜਿਹੜੀ ਸਾਰੀ ਕੰਸਰਨ ਗੱਲ ਮੈਂ ਕਰ ਰਿਹਾ ਕਿ ਲੀਡਰ ਕਹਿੰਦੇ ਨੇ ਮੈਂ ਕਰਕੇ ਦਿਖਾਇਆ, ਚਾਹੇ ਛੋਟਾ ਕਰਿਆ ਚਾਹੇ ਵੱਡਾ ਕਰਿਆ। ਜੇ ਇੱਕ ਐਮਐਲਏ ਇੱਕ ਗੇਮ ਨੂੰ ਪ੍ਰਮੋਟ ਕਰ ਸਕਦਾ, ਉਹ ਇੱਕ ਗੇਮ ਨੂੰ ਪੂਰੀ ਲੋਕ ਸਭਾ 'ਚ ਨਹੀਂ ਪ੍ਰਮੋਟ ਕਰ ਸਕਦਾ। ਜੇ ਉਹ ਇੱਕ ਐਜੀਟੇਸ਼ਨ ਨੂੰ ਬੜੇ ਵਧੀਆ ਤਰੀਕੇ ਨਾਲ ਲੀਡ ਕਰ ਸਕਦਾ, ਤੁਰ ਕੇ ਜਾ ਸਕਦਾ, ਤਾਂ ਕਿ ਉਹ ਬਾਕੀ ਐਜੀਟੇਸ਼ਨਸ ਨਾਲ ਨਹੀਂ ਲੜ ਸਕਦਾ। ਜੇ ਇੱਕ ਮੁਸ਼ਕਿਲ ਟੋਲ ਪਲਾਜ਼ੇ ਦੀ ਆ ਰਹੀ ਆ ਤਾਂ ਕੀ ਹੁਣ ਨਹੀਂ, ਜਦੋਂ ਮੈਨੂੰ ਪਾਵਰ ਮਿਲੂਗੀ ਮੈਂ ਉਦੋਂ ਨਹੀਂ ਉਹ ਕਰ ਪਾਊਂਗਾ। ਉਸ ਤੋਂ ਬਿਨਾਂ ਮੈਂ ਇੱਕ ਗੱਲ ਕਹਿਣੀ ਚਾਹਣਾ, ਇਹ ਵਿਧਾਨ ਸਭਾ 'ਚ ਸਾਡੇ ਗੰਨਾ ਸੁਸਾਇਟੀ ਦਾ ਬਹੁਤ ਰੌਲਾ ਪਿਆ ਵੀ ਸਾਨੂੰ ਜੀ ਪੈਸੇ ਨਹੀਂ ਮਿਲੇ। ਸਪੈਸ਼ਲ ਸੀਐਮ ਸਾਹਿਬ ਧੂਰੀ ਛੱਡ ਕੇ ਇੱਕ ਦਿਨ ਲੋਕ ਸਭਾ 'ਚ ਜਾ ਕੇ ਬੋਲ ਕੇ ਆਏ। ਲਾੜੋ ਉਹ ਐਮਐਲਏ ਦੀ ਇਲੈਕਸ਼ਨ ਰਹੇ ਸੀ, ਬਟ ਉੱਥੇ ਉਹ ਬੋਲ ਕੇ ਆਏ ਗੰਨਾ ਸੁਸਾਇਟੀ ਵਾਸਤੇ। ਅੱਜ ਉਹੀ ਗੰਨੇ ਵਾਲੇ ਭਰਾ ਸਾਡੇ 2.5 ਮਹੀਨੇ ਹੋ ਗਏ ਉਹਨਾਂ ਦੇ ਬਾਹਰ 'ਚ ਬੈਠੇ ਨੇ। ਅੱਜ ਕਿਉਂ ਨਹੀਂ ਆਏ ਵੀ ਉਹਨਾਂ ਕੋਲੇ ਉਹ ਸੀਐਮ ਸਾਹਿਬ? ਇਹ ਫਰਕ ਹੁੰਦਾ। ਜਿਹੜੀ ਗੱਲ ਤੁਸੀਂ ਕਹਿ ਰਹੇ ਹੋ ਵੀ ਕਹਿੰਦੇ ਤਾਂ ਹੈਗੇ ਨੇ ਕਰਦੇ ਨਹੀਂ ਹੈਗੇ, ਕਹਿੰਦੇ ਤਾਂ ਹੈਗੇ ਨੇ ਕਰਦੇ ਨਹੀਂ ਹੈਗੇ। ਮੇਰੇ ਨਾਲ ਵੀ ਇਹ ਚੀਜ਼ ਹੋਈ, ਸਾਡੇ ਭਰਾਵਾਂ ਨੇ ਐਜੀਟੇਸ਼ਨ ਕਰਿਆ, ਇਹਨਾਂ ਨੇ, ਮੈਂ ਉੱਥੇ ਪਹੁੰਚਿਆ। ਖੈਰ ਸਰਕਾਰ ਨੇ ਉਹਨਾਂ ਨੂੰ ਬੈਨੀਫਿਟ ਦਿੱਤਾ ਜਾਂ ਨਹੀਂ ਦਿੱਤਾ, ਪਰ ਮੈਂ ਧਰਨੇ ਦੇ ਵਿੱਚ ਮੌਜੂਦ ਸੀ। ਜਿੰਨੇ ਕਿਸਾਨੀ ਧਰਨੇ ਲੱਗੇ ਮੈਂ ਧਰਨੇ ਦੇ ਵਿੱਚ ਹਰੇਕ ਦੇ ਵਿੱਚ ਮੌਜੂਦ ਸੀ। ਕੋਈ ਵੀ ਛੋਟੀ ਲੜਾਈ ਹੁੰਦੀ ਆ, ਕੋਈ ਵੱਡੀ ਲੜਾਈ ਹੁੰਦੀ ਆ, ਲੀਡਰ ਨੇ ਉਸ ਲੜਾਈ ਨੂੰ ਫਰੰਟ ਤੋਂ ਲੀਡ ਕਰਨਾ ਹੁੰਦਾ, ਫਰੰਟ ਤੇ ਜਾ ਕੇ। ਹੁਣ ਸਾਡੇ ਧੂਰੀ ਕੋਈ ਇਨਸੀਡੈਂਟ ਹੋਇਆ, ਦਿਨ ਦਿਹਾੜੇ ਕੋਈ ਗੋਲੀ ਮਾਰ ਕੇ ਪੈਸੇ ਖੋਹ ਕੇ ਲੈ ਗਏ, ਤਾਂ ਮੇਰਾ ਮਕਸਦ ਹੁੰਦਾ ਸੀਗਾ ਵੀ ਜਦੋਂ ਤੁਸੀਂ ਲੀਡਰ ਲੋਕਾਂ 'ਚ ਜਾਓਗੇ ਨਹੀਂ, ਜ਼ਰੂਰ ਲੋਕਾਂ ਦਾ ਗੁੱਸਾ ਹੁੰਦਾ, ਪਰ ਜੇ ਤੁਸੀਂ ਜਾਓਗੇ ਹੀ ਨਹੀਂ ਤਾਂ ਲੋਕਾਂ ਦਾ ਗੁੱਸਾ ਹੋਰ ਵਧੂਗਾ। ਸੋ ਮੇਰੀ ਕੋਸ਼ਿਸ਼ ਕਹਿਣ ਦੀ ਇਹ ਆ ਕਿ ਮੈਂ ਗੁਰੂ ਮਹਾਰਾਜ ਦੀ ਰਜ਼ਾ 'ਚ ਬਹੁਤ ਖੁਸ਼ ਹਾਂ। ਮੈਨੂੰ ਲੋਕ ਸੇਵਾ ਦਾ ਮੌਕਾ ਦੇਣਗੇ ਤਾਂ ਮੈਂ ਬਹੁਤ ਤਨਦੇਹੀ ਨਾਲ ਆਪਦੇ ਪਰਿਵਾਰ ਨਾਲ ਮਿਲ ਕੇ ਜਿਹੜਾ ਸੇਵਾ ਕਰਨ ਦੇ ਲਈ
ਖੜਾ। ਅੱਛਾ, ਤੁਸੀਂ ਕਿਵੇਂ ਦੇਖਦੇ ਹੋ ਬਦਲਾਅ? ਜਿਵੇਂ ਬਦਲਾਅ ਦੀ ਗੱਲ ਕਰਦੇ ਹੋ ਤੁਸੀਂ, ਭਗਵੰਤ ਸਿੰਘ ਮਾਨ ਦੀ ਵੀ ਗੱਲ ਕਰੀਏ। ਮਾਨ ਸਾਹਿਬ ਕਹਿੰਦੇ ਸੀ ਕਿ ਹਰਾ ਪੈਨ ਕੇਰਾ ਮੇਰੇ ਹੱਥ ਦੇ ਵਿੱਚ ਤੁਸੀਂ ਦਿਓ ਸਹੀ, ਉਸ ਤੋਂ ਬਾਅਦ ਪੰਜਾਬ ਦੇ ਵਿੱਚ ਬਦਲਾਅ ਦੇਖਿਓ। ਹਾਲਾਂਕਿ ਚਲੋ ਹਜੇ 3 ਮਹੀਨੇ ਹੋਏ ਆ, ਬਹੁਤੇ ਲੀਡਰ ਇਹ ਕਹਿੰਦੇ ਆ ਕਿ ਯਾਰ ਹਜੇ ਟਾਈਮ ਦੇਣਾ ਚਾਹੀਦਾ, 6 ਮਹੀਨੇ ਸਾਲ ਦੇ ਦਿਓ, ਕੀ ਪਤਾ ਕੁਝ ਕਰ ਦੇਣ, ਬਈ ਬਦਲਾਅ ਜਿਹੜਾ ਕਹਿੰਦੇ ਆ ਜੇ। ਤੁਸੀਂ ਕਿਵੇਂ ਦੇਖਦੇ ਹੋ ਤੁਹਾਡੇ ਹਲਕੇ ਦੇ ਵਿੱਚ? ਦੇਖੋ, ਮੈਂ ਕੋਈ ਉਹਨਾਂ ਤੇ ਐਲੀਗੇਸ਼ਨ ਨਹੀਂ ਲਾਉਣਾ ਚਾਹੁੰਦਾ ਕਿਉਂਕਿ ਥੋੜਾ ਟਾਈਮ ਲੱਗਦਾ ਹਰੇਕ ਚੀਜ਼ ਨੂੰ, ਬਟ ਮੈਂ ਤੁਹਾਨੂੰ ਇਹ ਦੱਸਣਾ ਚਾਹਣਾ ਕਿ ਭਗਵੰਤ ਮਾਨ ਨਾਲ ਵੀ ਮੇਰੀ ਕੋਈ ਦੁਸ਼ਮਣੀ ਜਾਂ ਇਹੀ ਜਿਹੀ ਗੱਲ ਨਹੀਂ ਹੈਗੀ। ਜਦੋਂ ਮੈਂ ਯੂਨੀਵਰਸਿਟੀ ਦੇ ਵਿੱਚ ਪ੍ਰੈਜ਼ੀਡੈਂਟ ਸੀਗਾ ਤਾਂ ਬਤੌਰ ਐਜ਼ ਅ ਗੈਸਟ ਅਪੀਅਰੈਂਸ ਉੱਥੇ ਭਗਵੰਤ ਮਾਨ ਜੀ ਸਪੈਸ਼ਲ ਆਉਂਦੇ ਹੁੰਦੇ ਸੀ, ਮੇਰੀ ਉਹਨਾਂ ਨਾਲ ਵਧੀਆ ਹਾਈ ਹੈਲੋ ਸੀ ਉਦੋਂ, ਕਿਉਂਕਿ ਇਹ ਆਰਟਿਸਟ ਕੰਮ ਕਰਦੇ ਸੀ। ਜਦੋਂ ਮੈਂ ਯੂਨੀਵਰਸਿਟੀ 'ਚ ਇਲੈਕਸ਼ਨਾਂ ਲੜਦਾ ਹੁੰਦਾ ਸੀ, ਜਦੋਂ ਮੈਂ ਪ੍ਰਧਾਨ ਸੀ, ਠੀਕ ਹੈ ਨਾ ਜੀ, ਤੇ ਅੱਜ ਗੁਰੂ ਮਹਾਰਾਜ ਦੀ ਇਹਨਾਂ ਤੇ ਕਿਰਪਾ ਹੋਈ, ਸਿੱਧਾ ਇਹ ਸੀਐਮ ਬਣ ਗਏ। ਮੇਰੇ ਤੋਂ ਬਾਅਦ ਇਹਨਾਂ ਨੇ ਇਹ ਚੀਜ਼ ਸ਼ੁਰੂ ਕਰੀ, ਪਹਿਲਾਂ ਪੀਪੀ 'ਚ ਗਏ, ਫਿਰ ਉਦੋਂ ਬਾਅਦ ਉਹ ਕਰੀ, ਪਰ ਮੈਂ ਉੱਥੋਂ ਹਜੇ ਹੌਲੀ ਹੌਲੀ ਘਸ ਕੇ ਆ ਰਿਹਾ, ਠੀਕ ਹੈ ਨਾ ਜੀ। ਕੋਈ ਬੰਦਾ ਚੰਗਾ ਮਾੜਾ ਨਹੀਂ, ਇਹ ਤਾਂ ਬਦਲਾਅ ਦੀ ਜਿਹੜੀ ਗੱਲ ਹੈ ਨਾ, ਬਦਲਾਅ ਕਿਸ ਚੀਜ਼ 'ਚ ਲੈ ਕੇ ਆਉਣਾ ਚਾਹੁੰਦੇ ਹੋ ਤੁਸੀਂ? ਬਦਲਾਅ ਇਸ ਚੀਜ਼ 'ਚ ਲੈ ਕੇ ਆਓ ਕਿ ਕੋਈ ਨੈਗੇਟਿਵਿਟੀ ਨਾ ਫੈਲਾਈਏ। ਜਿਵੇਂ ਮੈਂ ਕਿਹਾ ਵੀ ਇੱਕ ਓਪਨ ਡਿਬੇਟ ਕਰੋ, ਸਿੱਧੀ ਡਿਬੇਟ ਕਰੋ, ਕਿਸੇ ਦੇ ਉਲਟ ਨਾ ਬੋਲੋ, ਸਿਰਫ ਆਪਦੀ ਗੱਲ ਕਰੋ, ਇਹ ਬਦਲਾਅ ਲੈ ਕੇ ਆਈਏ। ਤੁਸੀਂ ਮੰਨਦੇ ਹੋ ਵਿਧਾਨ ਸਭਾ ਦੀਆਂ ਜਿਹੜੇ 2022 ਦੀਆਂ ਉਦੋਂ ਨੈਗੇਟਿਵਿਟੀ ਬੜੀ ਫੈਲੀ, ਖਾਸ ਕਰਕੇ ਤੁਹਾਡੀ ਸੀਟ ਬੜੀ ਚਰਚਾ ਦੇ ਵਿੱਚ ਰਹੀ ਹੈ ਨੈਗੇਟਿਵਿਟੀ ਦੇ ਤੌਰ ਤੇ? ਜਿਵੇਂ ਕਹਾਂ, ਤੁਸੀਂ ਮੈਨੂੰ ਇੱਕ ਗੱਲ ਦੱਸੋ, ਇਹ ਫੈਸਲਾ ਤੁਸੀਂ ਕਰਿਓ ਜਾਂ ਲੋਕ ਕਰਨਗੇ? ਮੇਰੀ ਵਾਈਫ ਆ ਜੀ, ਮੇਰੀ ਪਤਨੀ ਆ, ਮੇਰੇ 2 ਜਵਾਕਾਂ ਦੀ ਮਾਂ, ਕਿਸੇ ਦੀ ਉਹ ਨੂੰਹ ਆ, ਕਿਸੇ ਦੀ ਉਹ ਭੈਣ ਆ, ਠੀਕ ਹੈ ਨਾ ਜੀ। ਇੱਕ ਬੰਦਾ ਸ਼ਰੇਆਮ ਬਜ਼ੁਰਗ ਬੰਦਾ ਇਹ ਕਹਿ ਰਿਹਾ ਵੀ ਅਸੀਂ ਤਾਂ ਇਹਦੀ ਘਰ ਵਾਲੀ ਨੂੰ ਘੇਰ ਕੇ ਇਹਦੇ ਮਗਰ ਗੀਤ ਚਲਾਉਂਦੇ ਰਹੇ ਹਾਂ, ਸੁਣਿਆ ਨਾ ਤੁਸੀਂ? ਬਿਲਕੁਲ ਸੁਣਿਆ ਜੀ, ਬਿਲਕੁਲ ਸੁਣਿਆ, ਠੀਕ ਹੈ ਨਾ ਜੀ। ਅਸੀਂ ਉਹਦੇ ਵਿਰੁੱਧ ਆਵਾਜ਼ ਚੱਕੀ ਤੇ ਬੰਦਿਆਂ ਨੇ ਉਹਨੂੰ ਮੋਟਰਸਾਈਕਲ ਨਾਲ ਸਨਮਾਨਿਤ ਕਰਿਆ, ਉਸ ਇਨਸਾਨ ਨੂੰ। ਕੀ ਇਹ ਬਦਲਾ? ਇਹ ਜਿਹੜੀਆਂ ਚੀਜ਼ਾਂ ਨੇ, ਇਹ ਮੈਨੂੰ ਨਹੀਂ ਲੱਗਦਾ ਕਿ ਇਹ ਕੋਈ ਬਹੁਤ ਵਧੀਆ ਗੱਲਾਂ ਨੇ। ਫਿਰ ਆਪਾਂ ਚੰਗੇ ਸਮਾਜ ਦੀ ਸਿਰਜਣਾ ਕਿਵੇਂ ਕਰਾਂਗੇ? ਸਿਰਫ ਉਹ ਇਸ ਕਰਕੇ ਉਹਦਾ ਸਨਮਾਨ ਕਰਿਆ ਗਿਆ ਵੀ ਉਹ ਭਗਵੰਤ ਮਾਨ ਦੇ ਉਲਟ ਗੋਲਡੀ ਲੜ ਰਿਹਾ, ਵੀ ਉਹਦੀ ਘਰ ਵਾਲੀ ਨੂੰ ਉਹ ਪੁੱਠਾ ਸਿੱਧਾ ਬੋਲਿਆ, ਅੱਜ ਉਹ ਸਨਮਾਨ ਕਰਕੇ ਆਈ ਉਹਦਾ। ਤੁਸੀਂ ਮੈਨੂੰ ਦੱਸੋ ਵੀ ਇਹ ਚੀਜ਼ਾਂ ਚੰਗੀਆਂ ਨੇ ਜਾਂ ਮਾੜੀਆਂ ਨੇ? ਮੈਂ ਨਹੀਂ ਕਹਿੰਦਾ ਵੀ ਮੈਂ ਚੰਗਾ ਜਾਂ ਮੈਂ ਮਾੜਾ, ਮੈਂ ਤਾਂ ਯਾਰ ਸਪੋਜ਼ ਕਰੋ ਮੈਨੂੰ ਤਾਂ ਇਹ ਟੈਨਸ਼ਨ ਹੋ ਜਾਂਦੀ ਹੈ ਵੀ ਯਾਰ ਮੈਂ ਇਹਦੇ ਕੰਮ ਨਹੀਂ ਆ ਸਕਿਆ, ਕਿਉਂਕਿ ਰੱਬ ਨੇ ਡਿਊਟੀ ਇਹ ਲਾਈ ਆ। ਬਿਲਕੁਲ, ਜੇ ਤੁਸੀਂ, ਮੈਂ ਤਾਂ ਰੱਬ ਤੋਂ ਮੰਗ ਕੇ 5 ਸਾਲ ਲਏ ਸੀ, ਮੈਂ ਸੰਤੁਸ਼ਟ ਆ। ਲੋਕ ਕਿੰਨੇ ਹੀ ਆਏ, ਕਿੰਨੇ ਹੀ ਚਲੇ ਗਏ, ਰੱਬ ਨੇ ਮੈਨੂੰ 5 ਸਾਲ ਐਮਐਲਏ ਤਾਂ ਬਣਾਇਆ। ਫਿਰ ਮੇਰੀ ਪਾਰਟੀ ਨੇ ਘਰੇ ਬੈਠੇ ਨੇ ਮੈਨੂੰ ਐਮਐਲਏ ਦੀ ਟਿਕਟ ਦਿੱਤੀ, ਫਿਰ ਮੈਂ ਹੌਸਲੇ ਨਾਲ ਲੜਿਆ। ਅੱਜ ਮੇਰੀ ਪਾਰਟੀ ਨੇ ਇੱਕ, ਲੋਕ ਕਹਿੰਦੇ ਨੇ ਨਾ ਪਾਰਟੀਆਂ ਵਾਲੇ ਵੀ ਵਰਕਰਾਂ ਨੂੰ ਮਾਨ ਸਨਮਾਨ ਨਹੀਂ ਮਿਲਦਾ, ਅੱਜ ਆਉਂਦੀ ਜਾਗਦਾ ਪ੍ਰੂਫ ਬੈਠਾ, ਜਿਹਨੂੰ ਅੱਜ ਮੈਂਬਰ ਪਾਰਲੀਮੈਂਟ ਦੀ ਇਲੈਕਸ਼ਨ ਸਾਡੀ ਪਾਰਟੀ ਲੜਾ ਰਹੀ ਆ। ਰਾਹੁਲ ਗਾਂਧੀ ਜੀ ਨੂੰ ਸਮਝਣਾ ਬਹੁਤ ਜ਼ਰੂਰੀ ਆ। ਜਿਹੜੇ ਉਹਨਾਂ ਨੇ ਅੰਕੜੇ ਕਰੋਨਾ ਵੇਲੇ ਦਿੱਤੇ, ਦੱਸੋ ਇੱਕ ਵੀ ਗਲਤ ਹੋਵੇ? ਉਹਨਾਂ ਨੇ ਸ਼ੁਰੂ ਕਰਿਆ ਸੀ ਨੌਜਵਾਨਾਂ ਨੂੰ ਟਿਕਟਾਂ ਦੇਣਾ, ਸਾਡੇ ਵਰਗਿਆਂ ਨੂੰ। 2017 ਚ ਕਿੰਨੇ ਨੌਜਵਾਨਾਂ ਨੂੰ ਟਿਕਟਾਂ ਦਿੱਤੀਆਂ? ਠੀਕ ਹੈ, ਜਿੱਤਣਾ ਹਾਰਨਾ ਵੱਖ ਗੱਲ ਆ, ਬਟ ਉਹਨਾਂ ਦੀ ਸੋਚ ਤਾਂ ਹੈਗੀ ਨਾ ਨੌਜਵਾਨਾਂ ਨੂੰ ਟਿਕਟਾਂ ਦੇਣ ਦੀ। ਅੱਜ ਹੁਣ ਪ੍ਰਧਾਨ ਨੌਜਵਾਨ ਬਣਾਇਆ, ਠੀਕ ਹੈ ਨਾ। ਆਪਾਂ ਇਹੀ ਕਹਿੰਦੇ ਨਾ ਵੀ ਪੁਰਾਣੇ ਲੀਡਰਸ ਯਾਨੀ ਕਿ ਉਹ ਕਰਨੇ, ਸਾਡੇ ਵੀਰੇ ਇਹ ਚਲੇ ਗਏ, ਸਾਡੀ ਪਾਰਟੀ ਦਾ ਹਿੱਸਾ ਸੀ, ਚਲੋ ਇਹਨਾਂ ਦੀ ਮਰਜ਼ੀ ਹੈ, ਚਲੇ ਗਏ, ਬਟ ਨਵੇਂ ਨੌਜਵਾਨਾਂ ਨੂੰ ਮੌਕਾ ਮਿਲੂਗਾ। ਤੇ ਕੋਈ ਵੀ ਸਿਸਟਮ ਨੂੰ ਤੁਸੀਂ ਠੀਕ ਕਰਨਾ ਚਾਹੁੰਦੇ ਹੋ ਤਾਂ ਤੁਹਾਨੂੰ ਉਹਦੇ 'ਚ ਸਟੈਪ ਇਨ ਕਰਨਾ ਪਊਗਾ, ਫਿਰ ਉਹ ਸਿਸਟਮ ਨੂੰ ਠੀਕ। ਤੁਹਾਨੂੰ ਗੋਲਡੀ ਭਾਈ, ਸੌਰੀ ਤੁਹਾਨੂੰ ਵਿੱਚ ਰੋਕਣਾ, ਤੁਹਾਨੂੰ ਕੀ ਲੱਗਦਾ ਵੀ ਸਹੀ ਹੋਇਆ, ਚੰਗਾ ਹੋਇਆ ਵੀ ਇਸ ਦੇ ਨਾਲ ਵੀ ਸ਼ਾਇਦ ਜਿਵੇਂ ਪਾਰਟੀ ਦਾ ਗ੍ਰਾਫ ਦੀ ਆਪਾਂ ਗੱਲ ਕਰ ਰਹੇ ਹਾਂ, ਗ੍ਰਾਫ ਜਿਸ ਹਿਸਾਬ ਦੇ ਨਾਲ ਹੋਣਾ, ਜੇਕਰ ਹਾਲ ਵਿਰੋਧੀ ਵੀ ਕਹਿੰਦੇ, ਹਾਲਾਂਕਿ ਅੱਜ ਭਗਵੰਤ ਸਿੰਘ ਮਾਨ ਦਾ ਬਿਆਨ ਵੀ ਆਉਂਦਾ, ਉਹ ਕਹਿੰਦੇ ਕਿ ਬਚੀ ਕੁਚੀ ਕਾਂਗਰਸ ਜਿਹੜੀ ਆ ਉਹ ਮੇਰੇ ਬਾਰ ਮੂਹਰੇ ਆ ਕੇ, ਦਰਵਾਜ਼ੇ ਮੂਹਰੇ ਆ ਕੇ ਬੈਠੀ, ਆਪਣੇ ਕਰਪਟ ਜਿਹੜੇ ਲੀਡਰ ਨੇ ਉਹਨਾਂ ਦੇ ਹੱਕ ਦੇ ਵਿੱਚ ਬੋਲ ਰਿਹਾ। ਤੁਸੀਂ ਕੀ ਮੰਨਦੇ ਹੋ ਬਚੀ ਕੁਚੀ ਕਾਂਗਰਸ? ਦੇਖੋ, ਹਰੇਕ ਦੇ ਅਲੱਗ-ਅਲੱਗ ਵਿਚਾਰ ਨੇ, ਠੀਕ ਹੈ ਜੀ, ਹਰੇਕ ਦੇ। ਕਾਂਗਰਸ ਸਭ ਤੋਂ ਪੁਰਾਣੀ ਪਾਰਟੀ ਆ, ਬਿਲਕੁਲ, ਠੀਕ ਹੈ ਨਾ ਜੀ। ਤੇ ਸਭ ਤੋਂ ਵੱਡੀ ਗੱਲ, ਧਰਮ ਨਿਰਪੱਖ ਪਾਰਟੀ ਆ, ਸਾਰੇ ਧਰਮਾਂ ਨੂੰ ਨਾਲ ਲੈ ਕੇ ਚੱਲਣ ਵਾਲੀ। ਕਿਉਂਕਿ ਪੰਜਾਬ ਤਾਂ ਇਹ ਤਾਂ ਰੰਗ ਆ, ਇੱਕ ਰੰਗਲਾ ਪੰਜਾਬ ਆ, ਬਹੁਤ ਰੰਗਾ ਪੰਜਾਬ ਆ। ਇਹਦੇ 'ਚ ਹਰ ਇੱਕ ਜਾਤ, ਹਰ ਇੱਕ ਧਰਮ, ਇਹਦੀ ਸਤਿਕਾਰ ਹੋਣਾ ਚਾਹੀਦਾ। ਤੇ ਸਾਡੀ ਪਾਰਟੀ ਇਹੀ ਚੀਜ਼, ਇਹੀ ਆਈਡੀਓਲੋਜੀ ਦੇ ਉੱਪਰ ਕੰਮ ਕਰਦੀ ਆ, ਇਹੀ ਸਾਡੀ ਸੋਚ ਆ।
ਬਿਲਕੁਲ ਠੀਕ ਹੈ ਨਾ ਜੀ। ਤੇ ਸਾਡਾ ਕੋਈ ਇੱਕ ਟਾਰਗੇਟ ਨਹੀਂ ਹੈਗਾ ਵੀ ਅਸੀਂ ਨੇ ਆਹ ਚੀਜ਼ ਕਰਨੀ ਆ, ਅਸੀਂ ਤਾਂ ਹਰ ਇੱਕ ਦੀ ਰਿਸਪੈਕਟ ਕਰਨ ਵਾਲੇ ਬੰਦੇ ਆ। ਤੇ ਪਾਰਟੀਆਂ ਦੇ ਚੰਗੇ ਮਾੜੇ ਦਿਨ ਆਉਂਦੇ ਰਹਿੰਦੇ ਨੇ, ਪਰਿਵਾਰ ਤੇ ਵੀ ਚੰਗੇ ਮਾੜੇ ਦਿਨ ਆਉਂਦੇ ਰਹਿੰਦੇ ਨੇ, ਇਨਸਾਨ ਤੇ ਵੀ ਚੰਗੇ ਮਾੜੇ ਦਿਨ ਆਉਂਦੇ ਰਹਿੰਦੇ ਨੇ। ਪਰ ਜਦੋਂ ਉਹ ਇਨਸਾਨ ਫਿਰ ਡਿੱਗ ਕੇ ਉੱਠਦਾ ਹਿੰਮਤ ਨਾਲ, ਆਪਦੇ ਜਜ਼ਬੇ ਨਾਲ, ਆਪਦੇ ਜੋਸ਼ ਨਾਲ, ਉਹ ਕੋਈ ਵੀ ਮੰਜ਼ਿਲ ਸਰ ਕਰ ਸਕਦਾ, ਕੋਈ ਵੀ ਮੰਜ਼ਿਲ ਉਹ ਸਰ ਕਰ ਸਕਦਾ। ਸਾਡਾ ਭਰਾ ਛੋਟਾ ਸਿੱਧੂ ਮੂਸੇਵਾਲਾ ਇਸ ਦੁਨੀਆ 'ਚ ਨਹੀਂ ਹੈਗੇ। ਉਸ ਬੰਦੇ ਨੇ ਇੱਕ ਆਮ ਸਧਾਰਨ ਪਿੰਡ 'ਚੋਂ ਉੱਠ ਕੇ, ਕੱਲ ਉਹਦੇ ਫਾਦਰ ਸਾਹਿਬ ਨੇ ਸਾਰੀ ਗੱਲ ਸੁਣਾਈ, ਉਹ ਬੰਦੇ ਨੇ ਕਿੰਨੀ ਤਰੱਕੀ ਕਰੀ ਯਾਰ, ਕਿੱਥੇ ਪਹੁੰਚ ਗਿਆ ਉਹ ਕਿੰਨੇ ਛੋਟੇ ਉਮਰ ਦੇ ਵਿੱਚ। ਬਿਲਕੁਲ ਠੀਕ ਹੈ ਨਾ ਜੀ, ਕਿੰਨੀ ਛੋਟੀ ਉਮਰ ਦੇ ਵਿੱਚ, ਠੀਕ ਹੈ ਨਾ। ਉਹਨੂੰ ਬੁਰਾ ਬੋਲਣ ਵਾਲੇ ਕਿਤੇ ਘੱਟ ਸੀਗੇ ਜੀ, ਕੀ ਕੁਝ ਬੋਲਦੇ ਸੀ, ਠੀਕ ਹੈ ਨਾ ਜੀ। ਅੱਜ ਉਹਨਾਂ ਦੇ ਜਾਣ ਤੋਂ ਬਾਅਦ ਲੋਕਾਂ ਨੂੰ ਸਮਝ ਆ ਰਿਹਾ ਵੀ ਉਹਨੇ ਲਿਖਿਆ ਕੀ ਹੈ ਯਾਰ, ਕੀ ਕਹਿਣਾ ਚਾਹ ਰਿਹਾ ਸੀ ਉਹ। ਕਈ ਬੰਦੇ ਉਹੀ ਨਾ ਟੌਰ ਨੂੰ ਦੇਖ ਕੇ ਜੈਲਸ ਕਰੀ ਜਾਂਦੇ ਹੁੰਦੇ ਨੇ ਵੀ ਜਿਉਂਦੇ ਜੀ ਤਾਂ ਕੱਲ ਉਹਨਾਂ ਦੇ ਮਾਤਾ ਜੀ ਤੋਂ ਮਾਫੀ ਤੱਕ ਮੰਗਵਾਈ ਗਈ। ਹਾਂ ਬਿਲਕੁਲ। ਦੇਖੋ ਤੁਸੀਂ ਉਹ ਜਿਹੜੀ ਮਾਈ ਭਾਗੋ ਵਾਲਾ ਗਾਣਾ ਸੀਗਾ, ਉਹ ਇੱਕ ਕੁੜੀ ਨੂੰ ਦੱਸਿਆ ਗਿਆ ਸੀਗਾ ਵੀ ਤੂੰ ਮੇਰੇ ਕੱਪੜੇ ਦੇਖ ਕੇ ਯਾਨੀ ਕਿ ਉਹ ਨਾ ਕਰ ਵੀ ਮੇਰੇ 'ਚ ਤਸੀਰ, ਮੇਰੇ 'ਚ ਖੂਨ, ਯਾਨੀ ਕਿ ਉਹਨਾਂ ਦਾ। ਬਿਲਕੁਲ ਠੀਕ ਹੈ ਨਾ ਜੀ। ਉਹਨੇ ਕੋਈ ਉਸ ਤਰੀਕੇ ਨਾਲ ਨਹੀਂ ਲੈ ਦੇਣਾ ਗਿਆ ਸੀ। ਉਹ ਤਾਂ ਹੁਣ SYL ਵੀ ਗਾਉਣਗੇ, ਉਹਦਾ ਤੁਸੀਂ ਗਾਣੇ ਸੁਣਿਓ। ਮੈਂ ਤਾਂ ਖੈਰ ਸ਼ਾਮ ਨੂੰ ਮੈਂ ਪੱਕਾ ਕੋਸ਼ਿਸ਼ ਕਰਦਾ ਕਿ ਮੈਂ ਹੁਣ ਨਹੀਂ, ਪਹਿਲਾਂ ਤੋਂ ਹੀ, ਅੱਜ ਨਹੀਂ, ਮੈਨੂੰ ਸੰਗੀਤ ਦਾ ਸ਼ੌਂਕ ਆ, ਮੈਂ ਸਾਰੇ ਸਿੰਗਰਾਂ ਨੂੰ ਸੁਣਦਾ, ਯਾਨੀ ਕਿ ਕੋਈ ਇਹੋ ਜਿਹੀ ਗੱਲ ਨਹੀਂ। ਪਰ ਯਾਰ ਤੁਸੀਂ ਉਹਦੀ ਚੜ੍ਹਾਈ ਦੇਖ ਕੇ ਆਪਾਂ ਉਹਨੂੰ ਕ੍ਰਿਟੀਸਾਈਜ਼ ਕਰੀ ਜਾਂਦੇ, ਇਹ ਤਾਂ ਮਾੜੀ ਗੱਲ ਆ ਨਾ। ਠੀਕ ਹੈ ਨਾ ਜੀ। ਤੁਸੀਂ ਕੰਪੀਟੀਸ਼ਨ ਕਰੋ ਉਹਦੇ ਨਾਲ, ਉਹ ਲਾਈਨ ਵੱਡੀ ਖਿੱਚ ਕੇ ਦਿਖਾਓ। ਗੱਲਾਂ ਨਾਲ ਤਾਂ ਕੋਈ ਵੀ ਢਾ ਲੈਂਦਾ ਇੱਕ ਦੂਜੇ ਨੂੰ, ਲੱਤਾਂ ਤੋਂ ਖਿੱਚਣੀਆਂ ਬਹੁਤ ਸੌਖੀਆਂ ਨੇ, ਲਕੀਰ ਖਿੱਚੋ। ਜਿਹੜੇ ਬੰਦੇ ਨੇ, ਸਪੋਜ਼ ਕਰੋ ਤੁਸੀਂ ਕੋਈ ਕੰਮ ਕਰ ਰਹੇ ਹੋ, ਤੁਹਾਨੂੰ ਮੈਂ ਬੁਰਾ ਬੋਲ ਕੇ ਨੀਵਾਂ ਦਿਖਾਉਣ ਦੀ ਕੋਸ਼ਿਸ਼ ਨਾ ਕਰਾਂ, ਤੁਹਾਡੇ ਨਾਲੋਂ ਉਹੀ ਕੰਮ ਮੈਂ ਵਧੀਆ ਤਰੀਕੇ ਨਾਲ ਕਰਕੇ ਦਿਖਾਵਾਂ। ਮੇਰੀ ਸੋਚ ਇਹ ਆ। ਮਾੜਾ ਬੋਲਣ ਦਾ ਅੱਜ ਕੱਲ ਤਾਂ ਇਹ ਟ੍ਰੈਂਡ ਹੀ ਚੱਲ ਪਿਆ। ਤੁਸੀਂ ਆਪਦੀ ਕੋਈ ਫੋਟੋ ਪਾ ਦਿਓ, 4 ਥੱਲੇ ਗਾਲਾਂ ਲਿਖਣਗੇ, 4 ਕੁਝ ਹੋਰ ਕਰਨਗੇ। ਉਹ ਸਾਰਾ ਦਿਨ ਯਾਨੀ ਕਿ ਮੈਂ ਅੱਜ ਤੱਕ ਕਦੇ ਦੀ ਕਿਸੇ ਫੇਸਬੁੱਕ ਤੇ ਕੋਈ ਬੰਦਾ ਕਹਿ ਦੇਵੇ ਵੀ ਯਾਰ ਵੀ ਮੁਬਾਰਕਾਂ ਜਾਂ ਵਿਸ਼ ਤੋਂ ਬਿਨਾਂ ਮੈਂ ਕਦੇ ਨੈਗੇਟਿਵ ਕਮੈਂਟ ਕਰਿਆ ਹੋਵੇ ਅੱਜ ਤੱਕ। ਕਿਸੇ ਨੂੰ ਵੀ ਨਾ ਕਰੋ ਯਾਰ, ਕੋਈ ਵੀ ਪਾਰਟੀ ਵਾਲਾ, ਕੋਈ ਵੀ ਸਿੰਗਰ ਆ, ਕੋਈ ਵੀ ਉਹ ਆ, ਤੁਸੀਂ ਆਪਦੇ ਕੰਮ ਨਾਲ ਮਤਲਬ ਰੱਖੋ। ਇਹ ਸੋਸ਼ਲ ਸਾਈਟਾਂ ਹੁੰਦੀਆਂ ਨੇ ਆਪਦੇ ਫਰੈਂਡਸ ਨੂੰ ਨਾਲ ਜੋੜ ਕੇ ਰੱਖਣ ਵਾਲੀਆਂ। ਹੁਣ ਉਹ ਕਈ ਬੰਦੇ ਤਾਂ ਵਿਚਾਰੇ, ਉਹਨਾਂ ਨੂੰ ਇਹ ਚੀਜ਼ਾਂ ਦਾ ਨਹੀਂ ਪਤਾ, ਉਹ ਇਹਨੂੰ ਨੈਗੇਟਿਵ ਥਾਟਸ ਦੇ ਹਿਸਾਬ ਨਾਲ ਲੈਂਦੇ ਨੇ। ਤੁਸੀਂ ਦੇਖਿਆ ਵੀ ਉਹ ਪੰਜਾਬ ਦੇ ਪੁੱਤ ਨੇ ਵਿਸ਼ਵ ਦੇ ਵਿੱਚ ਕਿੰਨੇ ਦੇਸ਼ਾਂ ਦੇ ਵਿੱਚ ਆਪਦਾ ਨਾਂ ਰੌਸ਼ਨ ਕਰਿਆ। ਪੱਗ ਨੂੰ ਉਹਨੇ ਕਿੰਨੀ ਅਹਿਮੀਅਤ ਦਿੱਤੀ। ਕੱਲ ਭੋਗ ਦੇ ਉੱਤੇ ਵੀ ਮਾਤਾ ਕਹਿ ਰਹੀ ਆ ਵੀ ਇੱਕ ਰੁੱਖ ਲਾਇਓ ਪ੍ਰਦੂਸ਼ਣ ਦੇ ਉੱਤੇ। ਜੇ ਉਹ ਇਹੋ ਜਿਹੀਆਂ ਗੱਲਾਂ ਕਰਦਾ ਹੋ, ਕੈਂਸਰ ਹਸਪੀਟਲ ਬਾਰੇ ਤੁਹਾਨੂੰ ਯਾਦ ਹੋਊਗਾ ਉਹਨੇ ਇਲੈਕਸ਼ਨ 'ਚ ਕਿੱਡਾ ਮੁੱਦਾ ਚੱਕਿਆ ਸੀ। ਤੇ ਸਰਕਾਰ ਤਾਂ ਛੱਡੋ, ਜੇ ਉਹਨੂੰ ਜਿਤਾ ਦਿੰਦੇ ਨਾ ਉਸ ਟਾਈਮ ਤੇ, ਉਹ ਬੰਦਾ ਇੰਨੀ ਹਿੰਮਤ ਰੱਖਦਾ ਸੀ, ਉਹ ਆਪਦੇ ਜੇਬੋਂ ਵੀ ਬਣਾ ਸਕਦਾ ਸੀ, ਕਿਉਂਕਿ ਉਹ ਚੀਜ਼ ਉਹਦੇ 'ਚ ਹਿੰਮਤ ਸੀ ਕਰਨ ਦੀ। ਠੀਕ ਹੈ ਨਾ। ਇਹ ਸਾਰੀਆਂ ਚੀਜ਼ਾਂ ਹੈਗੀਆਂ ਨੇ, ਨੌਜਵਾਨਾਂ ਨੂੰ ਨੌਜਵਾਨਾਂ ਦਾ ਸਾਥ ਦੇਣਾ ਚਾਹੀਦਾ। ਬਿਲਕੁਲ ਠੀਕ ਹੈ। ਅੱਛਾ ਬਈ, ਆਮ ਆਦਮੀ ਪਾਰਟੀ ਨੂੰ ਗੋਲਡੀ ਬਾਈ ਇੱਕ ਸਾਈਡ ਤੇ ਕਰ ਦਿੰਦੇ ਆ, ਸ਼੍ਰੋਮਣੀ ਅਕਾਲੀ ਦਲ ਨੂੰ ਇੱਕ ਸਾਈਡ ਤੇ ਕਰ ਦਿੰਦੇ ਆ। ਭਾਜਪਾ ਦੇ ਵਿੱਚ ਤੁਹਾਡੇ ਹੀ ਲੀਡਰ ਨੇ, 4 ਦਿਨ ਪਹਿਲਾਂ ਜਾਂਦੇ ਨੇ, ਉਸ ਤੋਂ ਬਾਅਦ ਟਿਕਟ ਮਿਲਦੀ ਆ, ਤਾਂ ਕਿੰਨਾ ਕੁ ਇਫੈਕਟ ਕਰਨਗੇ ਕੇਵਲ ਸਿੰਘ ਢਿੱਲੋਂ ਤੁਹਾਨੂੰ? ਨਹੀਂ, ਇਫੈਕਟ ਤਾਂ ਕੁਝ ਨਹੀਂ ਕਰਨਾ ਬਾਈ, ਪਰ ਮੈਨੂੰ ਚੰਗਾ ਨਹੀਂ ਲੱਗਿਆ। ਪਿਛਲੀ ਵਾਰ ਸਾਰੇ ਅਸੀਂ ਉਹਨਾਂ ਲਈ ਵੋਟਾਂ ਮੰਗ ਰਹੇ ਸੀ। ਇੱਕ ਦਿਨ ਪਹਿਲਾਂ ਤੱਕ ਤੁਸੀਂ ਕਾਂਗਰਸ ਚੋਂ, ਦੂਜੇ ਦਿਨ ਤੁਸੀਂ BJP ਚਲੇ ਜਾਂਦੇ। ਹੁਣ ਇਹ ਨਹੀਂ ਹੋ ਸਕਦਾ ਇਹਦਾ ਜਵਾਬ ਤੁਹਾਨੂੰ ਦੇਣਾ ਪਵੇ ਕਿ ਉਹ ਕੱਲ ਭਾਈ ਕੇਵਲ ਢਿੱਲੋਂ ਲਈ ਮੰਗਦਾ ਸੀ ਤੇ ਅੱਜ ਆਪਦੇ ਲਈ ਮੰਗਦਾ, ਹੁਣ ਉਹਦੇ ਖਿਲਾਫ। ਬਿਲਕੁਲ। ਹੁਣ ਤੁਸੀਂ ਬਲਬੀਰ ਸਿੱਧੂ ਜੀ ਨੇ, ਸਤਿਕਾਰਯੋਗ ਜੀ, ਤੇ ਯੂਨੀਵਰਸਿਟੀ ਮੈਂ ਜਦੋਂ ਪ੍ਰੈਜ਼ੀਡੈਂਟ ਹੁੰਦਾ ਸੀ, ਮੈਂ ਮੋਹਾਲੀ ਇਹਨਾਂ ਦੀ ਸਪੋਰਟ ਕਰਦਾ ਰਿਹਾ, ਸਿੱਧੂ ਸਾਹਿਬ ਦੀ। ਹਾਂ, ਸਿਰਫ ਐਜ਼ ਅ ਪਾਰਟੀ ਵਰਕਰ ਦੇ ਤੌਰ ਤੇ, ਕਿਉਂਕਿ ਮੈਂ ਯੂਨੀਵਰਸਿਟੀ ਪ੍ਰੈਜ਼ੀਡੈਂਟ ਸੀ। ਅੱਜ ਉਹੀ ਮੇਰੇ ਅਗੇਂਸਟ ਉਹਦੇ ਤਪੇ ਆ ਕੇ ਮੇਰੇ ਅਗੇਂਸਟ ਚੱਲ ਰਹੇ ਨੇ। ਬਿਲਕੁਲ। ਤਾਂ ਇਹ ਚੀਜ਼ਾਂ ਹੁਣ ਮੈਂ ਤਾਂ ਕੁਝ ਮਾੜਾ ਨਹੀਂ ਕਰਿਆ, ਮੈਂ ਤਾਂ ਉਹਨਾਂ ਲਈ ਵੀ ਕੰਮ ਕਰਿਆ ਨਾ, ਤੇ ਢਿੱਲੋਂ ਸਾਹਿਬ ਲਈ ਵੀ ਅਸੀਂ ਨੇ ਤਾਂ ਕੰਮ ਕਰਿਆ। ਠੀਕ ਹੈ ਨਾ। ਪਰ ਵੀ ਬਾਕੀ ਉਹਨਾਂ ਦੇ ਮਨ 'ਚ ਆ ਵੀ ਉਹ ਕਿਉਂ ਇੱਧਰ ਗਏ ਨੇ ਜਾਂ ਕੀ ਗਏ ਨੇ ਜਾਂ ਕੀ ਨਹੀਂ। ਪਰ ਮੈਨੂੰ ਲੱਗਦਾ ਵੀ ਜਦੋਂ ਔਖਾ ਸਮਾਂ ਹੋਵੇ ਨਾ, ਉਦੋਂ ਖੜਨਾ ਚਾਹੀਦਾ ਬੰਦੇ ਨੂੰ। ਚੰਗੇ ਸਮੇਂ 'ਚ ਤਾਂ ਹਰੇਕ ਹੀ ਨਾਲ ਫਿਰਦਾ ਹੁੰਦਾ। ਠੀਕ ਹੈ ਨਾ ਜੀ। ਬਿਲਕੁਲ। ਚੰਗੇ ਸਮੇਂ 'ਚ ਤਾਂ ਹਰੇਕ ਹੀ ਨਾਲ ਤੁਰਿਆ ਫਿਰਦਾ ਹੁੰਦਾ। ਬੰਦਾ ਤਾਂ ਉਹ ਹੁੰਦਾ ਜਿਹੜਾ ਔਖੇ ਟਾਈਮ ਖੜੇ ਬੰਦਿਆਂ ਨਾਲ। ਜੇ ਮੈਂ ਅੱਜ ਆਪਦੀ ਪਾਰਟੀ ਨਾਲ ਖੜਾ ਔਖੇ ਟਾਈਮ, ਤਾਂ ਮੈਂ ਆਪਦੇ ਭੈਣ ਭਰਾ ਨੂੰ ਜਾਂ ਆਮ ਬੰਦੇ ਨੂੰ ਕਿਵੇਂ ਪਿੱਛੇ ਛੱਡ ਦੂੰਗਾ? ਉਹਨਾਂ ਨਾਲ ਵੀ
ਫਰੰਟ ਤੇ ਹੋ ਕੇ ਲੜੂ ਹਰੇਕ ਮੁੱਦੇ ਤੇ, ਠੀਕ ਹੈ ਨਾ ਜੀ। ਹੁਣ ਨੁਕਸਾਨ ਕਿਹਦਾ ਕਰ ਰਹੇ ਨੇ ਪਾਰਟੀ, ਇਹ ਤੋਂ ਵੱਧ ਕੀ ਦੇ ਦੇਵੇ ਉਹਨਾਂ ਨੂੰ ਯਾਰ, ਇਸ ਤੋਂ ਵੱਧ ਤਾਂ ਨਹੀਂ ਕੁਝ ਦੇ ਸਕਦੀ। ਉਹੀ ਪਾਰਟੀ ਜਦੋਂ ਸਰਕਾਰ ਸੀਗੀ ਉਹਦੇ 'ਚ ਨਜ਼ਾਰੇ ਲਏ, ਆ ਹੁਣ ਤੁਸੀਂ ਆ ਕੇ ਜਾਣੀ ਕਿ ਉਹੀ ਪਾਰਟੀ ਨੂੰ ਤੋੜਨ ਦੀ ਕੋਸ਼ਿਸ਼ ਕਰ ਰਹੇ ਹੋ, ਠੀਕ ਹੈ ਨਾ। ਚਲੋ ਉਹ ਵੱਡੇ ਨੇ ਜੀ, ਉਮਰ 'ਚ ਵੱਡੇ ਨੇ, ਉਹਨਾਂ ਦੀ ਆਪਦੀ ਸੋਚ ਆ। ਤੁਹਾਨੂੰ ਕੀ ਲੱਗਦਾ ਇਫੈਕਟ ਕਰ ਸਕਦੀ ਹੈ, ਨਹੀਂ ਕਰ ਸਕਦੀ? ਕਿਉਂਕਿ ਬਹੁਤੇ ਸਾਨੂੰ ਕੋਈ ਉਹਦੇ ਤੇ ਇਫੈਕਟ ਨਹੀਂ ਬਾਈ ਜੀ, ਸਾਡਾ ਉਹਦੇ 'ਚ ਕੀ, ਇਹ ਤਾਂ ਦੇਖੋ ਬੀਜੇਪੀ ਦੀ ਵਿਚਾਰਧਾਰਾ ਤੇ ਇੱਕ ਕਾਂਗਰਸ ਦੀ ਵਿਚਾਰਧਾਰਾ, ਦੋਵੇਂ ਵੱਡੀਆਂ ਪਾਰਟੀਆਂ ਬਿਲਕੁਲ ਨੈਸ਼ਨਲ ਲੈਵਲ ਤੇ ਲੜਦੀਆਂ ਨੇ ਆਪਸ 'ਚ, ਵਿਚਾਰਧਾਰਾ ਤੇ ਲੜਦੀਆਂ ਨੇ ਇਹ, ਉਹਨਾਂ ਦੀ ਅਲੱਗ ਵਿਚਾਰਧਾਰਾ, ਸਾਡੀ ਅਲੱਗ ਵਿਚਾਰਧਾਰਾ। ਇਹ ਕਿਵੇਂ ਸਿੱਧ ਹੋ ਗਿਆ ਵੀ ਤੁਸੀਂ ਇੱਕ ਦਿਨ ਪਹਿਲਾਂ ਛੱਡ ਕੇ ਦੂਸਰੀ ਪਾਰਟੀ ਚਲੇ ਗਏ? ਹੁਣੀ ਤੁਸੀਂ ਇੱਕਦਮ ਹੀ ਤੁਹਾਡੇ ਕੋਲ ਕੋਈ ਪਰਫਿਊਮ ਆ, ਤੁਸੀਂ ਛਿੜਕਤਾ ਤੇ ਤੁਸੀਂ ਉਹਨਾਂ ਦੀ ਵਿਚਾਰਧਾਰਾ ਦੇ ਵਿੱਚ ਲੀਨ ਹੋ ਗਏ। ਸਿਰਫ ਤੁਸੀਂ ਆਪਦੇ ਫਾਇਦੇ ਲਈ ਗਏ ਹੋ ਨਾ, ਸਿਰਫ ਤੁਸੀਂ ਆਪਦੇ ਮਕਸਦ ਲਈ ਗਏ ਹੋ, ਲੋਕਾਂ ਲਈ ਥੋੜੀ ਗਏ ਹੋ ਤੁਸੀਂ। ਸੋ ਇਹ ਚੀਜ਼ ਲੋਕ ਦੇਖਣਗੇ ਜੀ, ਲੋਕਾਂ ਨੇ ਫੈਸਲਾ ਕਰਨਾ। ਤੇ ਮੈਨੂੰ ਤਾਂ ਪਹਿਲਾਂ ਵੀ ਪਾਰਟੀਬਾਜ਼ੀ ਤੋਂ ਉੱਤੇ ਉੱਠ ਕੇ ਲੋਕਾਂ ਨੇ ਵੋਟਾਂ ਪਾਈਆਂ, ਹੁਣ ਵੀ ਮੈਨੂੰ ਬਹੁਤ ਇਸ ਤਰੀਕੇ ਨਾਲ ਸਾਰੇ ਮਦਦ ਕਰ ਰਹੇ ਨੇ। ਸੋ ਪਾਰਟੀ ਦਾ ਮੈਟਰ ਨਹੀਂ, ਮੇਰੇ ਨਾਲ ਤਾਂ ਪਿਆਰ ਮੇਰੇ ਨੌਜਵਾਨ ਭਰਾਵਾਂ ਦਾ, ਭੈਣਾਂ ਦਾ, ਪਾਰਟੀ ਤੋਂ ਵੀ ਉੱਪਰ ਉੱਠ ਕੇ ਸਾਰੇ ਮੇਰੀ ਮਦਦ ਕਰ ਰਹੇ ਨੇ ਤੇ ਮੈਨੂੰ ਪੂਰਨ ਵਿਸ਼ਵਾਸ ਆ ਵਾਹਿਗੁਰੂ ਤੇ। ਫਿਰ ਇਸ ਵਾਰੀ ਕਿਹੜੇ ਮੁੱਦੇ ਲੈ ਕੇ ਜਾ ਰਿਹਾ ਗੋਲਡੀ, ਕਿਹੜੇ ਮੁੱਦੇ ਲੈ ਕੇ ਲੋਕਾਂ ਦੇ ਵਿੱਚ ਜਾ ਰਹੇ ਨੇ ਕਿ ਜੇਕਰ ਮੈਂ ਇਸ ਵਾਰੀ ਜਿੱਤਿਆ ਤਾਂ ਆਹ ਚੀਜ਼ਾਂ ਜਿਹੜੀਆਂ ਹੈਗੀਆਂ ਨੇ ਉਹ ਲੈ ਕੇ ਆਉਂ? ਮੁੱਦੇ ਤਾਂ ਬਹੁਤ ਨੇ ਬਾਈ, ਜਿਵੇਂ ਸਾਡਾ ਏਰੀਆ ਡਾਰਕ ਜ਼ੋਨ ਆ, ਸਾਡਾ ਪਾਣੀ ਬਹੁਤ ਨੀਵਾਂ, ਮੈਂ ਇਹਦੇ ਤੇ ਆਲਰੇਡੀ ਐਮਐਲਏ, ਬਤੌਰ ਐਮਐਲਏ ਵੀ ਮੈਂ ਕਾਫੀ ਕੰਮ ਕਰਿਆ, ਨਹਿਰੀ ਖਾਲ ਵਗੈਰਾ ਸੀ, ਕਾਫੀ ਪੈਸਾ ਮਨਜ਼ੂਰ ਕਰਵਾਇਆ ਕਿਉਂਕਿ ਕੋਟਲਾ ਬ੍ਰਾਂਚ ਇੱਥੋਂ ਦੀ ਜਾ ਰਹੀ ਆ। ਦੂਜੀ ਗੱਲ ਡਿਵਰਸੀਫਿਕੇਸ਼ਨ ਦੀ ਕਰਦੇ ਆ, ਤਾਂ ਇੱਥੇ ਸਾਡੇ ਪੈਪਸੀ ਇੱਕ ਬਹੁਤ ਵੱਡੀ ਫੈਕਟਰੀ ਆ, ਉਹ ਜ਼ਿਆਦਾਤਰ ਆਲੂ ਬਾਹਰੋਂ ਲੈਂਦੀ ਆ। ਉਹ ਅਸੀਂ ਸੰਗਰੂਰ ਵਾਲੇ ਉਹਨਾਂ ਨੂੰ ਆਲੂ ਕਿਉਂ ਨਹੀਂ ਦੇ ਸਕਦੇ? ਜੇ ਉਹ ਸੰਗਰੂਰ ਦੇ ਕਿਸਾਨਾਂ ਨਾਲ MOU ਸਾਈਨ ਕਰਨ, ਉਹਨਾਂ ਨੂੰ ਬੀਜ ਦੇਣ, ਉਹਨਾਂ ਤੋਂ ਨਿਰਧਾਰਤ ਰੇਟ ਦੇ ਉੱਤੇ ਉਹ ਆਲੂ ਖਰੀਦੇ ਜਾਣ, ਤਾਂ ਕਿਸਾਨ ਕਿਉਂ ਨਹੀਂ ਤਕੜਾ ਹੋ ਸਕਦਾ? ਤੇ ਨੌਜਵਾਨਾਂ ਨੂੰ ਨੌਕਰੀਆਂ ਵਧੀਆ ਤਰੀਕੇ ਨਾਲ ਉਹਨਾਂ ਲਈ ਸਾਧਨ ਕਿਉਂ ਨਹੀਂ ਖੁੱਲ੍ਹ ਸਕਦੇ? ਕੋਸ਼ਿਸ਼ ਕਰਨੀ ਪਊਗੀ, ਲੜਾਈ ਲੜਨੀ ਪਊਗੀ ਐਜੂਕੇਸ਼ਨ ਦੇ ਉੱਪਰ, ਜਿਵੇਂ ਮੈਂ ਸਪੋਰਟਸ ਦੇ ਉੱਪਰ ਗੱਲ ਕਰੀ ਆ, ਐਜੂਕੇਸ਼ਨ ਦੇ ਉੱਪਰ ਤੇ ਪੰਜਾਬ ਦੇ ਭਖਦੇ ਮੁੱਦੇ ਜਿਹੜੇ ਤੁਸੀਂ ਲੋਕ ਸਭਾ 'ਚ ਚੱਕਣੇ ਨੇ। ਕਿਉਂਕਿ ਸੈਂਟਰ ਇਹ ਨਾ ਬਹੁਤ ਬੰਦਿਆਂ ਦੇ ਦਿਮਾਗ 'ਚ ਆ ਬਾਈ, ਇਹ ਜਿਮਣੀ ਚੋਣਾਂ ਇਹ ਤਾਂ ਜੀ ਸਰਕਾਰ ਹੀ ਜਿੱਤਦੀ ਹੁੰਦੀ ਆ। ਮੈਂ ਕਿਹਾ ਯਾਰ ਇਹ ਜਿਮਣੀ ਚੋਣ, ਇਹ ਇਲੈਕਸ਼ਨ ਦਾ ਪੰਜਾਬ ਸਰਕਾਰ ਨਾਲ ਤਾਂ ਕੋਈ ਸੰਬੰਧ ਹੀ ਹੈ ਨਹੀਂ, ਇਹ ਤਾਂ ਸੈਂਟਰ 'ਚ ਗਵਰਨਮੈਂਟ ਨਾਲ ਮੱਥਾ ਲਾਉਣ ਵਾਲੀ ਗੱਲ ਆ, ਮਹਿੰਗਾਈ ਤੇ ਉਹਦੇ ਤੇ। ਇਹ ਤਾਂ ਲੋਕ ਸਭਾ ਦੀ ਜਿਹੜੀ ਚੋਣ ਆ, ਇਹ ਜਿਹੜਾ ਲੋਕ ਸਭਾ ਬੰਦਾ ਜਿੱਤ ਕੇ ਜਾਊਗਾ, ਉਹਨੂੰ ਜਿਹੜਾ ਸਾਰਾ ਕਰਤਾ ਧਰਤਾ, ਉਹਨੂੰ ਜਿਹੜਾ ਪੱਕੇ ਫੰਡ ਮਿਲਦੇ ਨੇ ਸਾਲ ਦੇ, ਉਹਨੇ ਡਿਵੈਲਪਮੈਂਟ ਕਰਾਉਣੀ ਹੈ, ਚਾਹੇ ਉਹ ਕਿਸੇ ਵੀ ਪਾਰਟੀ ਦਾ। ਪਰ ਬਾਈ ਸਾਡੇ ਲੋਕਾਂ ਦੇ ਮਾਈਂਡ ਦੇ ਵਿੱਚ ਤਾਂ ਇਹੀ ਆ ਨਾ ਕਿ ਆਮ ਆਦਮੀ ਪਾਰਟੀ ਸਰਕਾਰ ਆ, 1.5 ਸਾਲ ਆ, ਜੇ ਇੱਥੋਂ ਕਿਤੇ ਹੋਰ ਪਾਰਟੀ ਦਾ ਜਿਤਾ ਤਾਂ ਸਾਡੇ ਕਾਬੂ ਨਹੀਂ ਹੋਣੇ। ਮੈਂ ਕਹਿਣਾ ਜੀ ਬਿਲਕੁਲ ਤੁਸੀਂ ਸਵਾਲ ਸਹੀ ਕਰਿਆ ਇਹ। ਮੈਂ ਕਹਿਣਾ ਜੇ ਤੁਹਾਡੀ ਵਿਰੋਧੀ ਧਿਰ ਸਟਰੋਂਗ ਨਹੀਂ ਹੈਗੀ, ਜੇ ਜਦੋਂ ਵਿਰੋਧੀ ਧਿਰ ਨਹੀਂ ਜਿੱਤਦੀ, ਤਾਂ ਫਿਰ ਤਾਂ ਉਹ ਤਾਂ ਆਪਦੀ ਮਨਮਰਜ਼ੀ ਕਰਨਗੇ। ਘੱਟੋ ਘੱਟ ਇੱਕ ਵਿਰੋਧੀ ਧਿਰ ਦਾ ਬੰਦਾ ਹੋਵੇ, ਉਹਨਾਂ ਨੂੰ ਹਰੇਕ ਗੱਲ ਤੇ ਪ੍ਰਸ਼ਨ ਤਾਂ ਕਰੇ ਨਾ ਵੀ ਬਾਈ ਜੀ ਜਿਹੜਾ ਹਜ਼ਾਰ ਰੁਪਈਆ ਸਾਡੀਆਂ ਭੈਣਾਂ ਨੂੰ ਵਾਅਦਾ ਕਰਿਆ ਸੀ, ਮੈਂ ਲੜਾਈ ਲੜੂ ਉਹਦੀ ਵੀ ਦਿਓ ਸਾਡੀਆਂ ਭੈਣਾਂ ਨੂੰ, ਮੈਂ ਦਵਾਉਂਗਾ ਉਹ ਜਿੰਨੇ ਇਹਨਾਂ ਨੇ ਵਾਅਦੇ ਕਰੇ ਸੀ। ਪਰ ਲੜਨ ਵਾਲਾ ਹੋਣਾ ਚਾਹੀਦਾ ਨਾ ਮੂਰੇ ਕੋਈ। ਹੁਣ ਜੇ ਇਹਨਾਂ ਨੂੰ ਜਿਤਾਤਾ, ਫਿਰ ਤਾਂ ਇਹ ਕਹਿਣਗੇ ਵੀ ਬਈ ਮੋਨੋਪੋਲੀ ਇਹਨਾਂ ਦੀ ਬਣ ਜਾਣੀ ਆ, ਫਿਰ ਲੋਕ ਵਿਚਾਰੇ ਪਿੱਛੇ ਫਿਰਨਗੇ, ਠੀਕ ਹੈ ਨਾ। ਜਦੋਂ ਵਿਰੋਧੀ ਧਿਰ ਜਿੰਨਾ ਟਾਈਮ ਸਟਰੋਂਗ ਨਹੀਂ ਹੈਗੀ, ਉਹਨਾਂ ਟਾਈਮ ਸਰਕਾਰ ਕੰਮ ਨਹੀਂ ਕਰਦੀ। ਸੋ ਆਪਾਂ ਨੂੰ ਤਕੜੇ ਹੋ ਕੇ, ਠੀਕ ਹੈ ਨਾ ਜੀ। ਤੇ ਮੇਰੇ 'ਚ ਕੋਈ ਕਮੀ ਆ, ਬੇਸ਼ੱਕ ਮੈਨੂੰ ਵੋਟ ਨਾ ਪਾਓ, ਮੈਨੂੰ ਪਤਾ ਕਿ ਮੈਂ ਤੁਹਾਡੀ ਆਵਾਜ਼ ਬਣ ਸਕਦਾ, ਤੁਹਾਨੂੰ ਵੀ ਪਤਾ ਇਹ, ਠੀਕ ਹੈ ਨਾ, ਕਿ ਕਿਉਂ ਨਾ ਆਪਾਂ ਇਕੱਠੇ ਹੋ ਕੇ ਇਹ ਚੀਜ਼ 1.5 ਸਾਲ ਹੀ ਆ, ਠੀਕ ਹੈ ਨਾ, ਤੇ 1.5 ਸਾਲ 'ਚ ਪਤਾ ਲੱਗ ਜੂਗਾ ਕਿ ਮੈਂ ਕਿੰਨਾ ਕੁ ਲੋਕਾਂ ਲਈ ਲੜਦਾ ਜਾਂ ਕਿੰਨਾ ਕੁ ਲੋਕਾਂ ਲਈ ਨਹੀਂ ਲੜਦਾ। ਲੀਡਰ ਤਾਂ ਹਰੇਕ ਕਹਿੰਦੇ ਹੁੰਦੇ ਨੇ, ਲੀਡਰਾਂ ਤੋਂ ਤਾਂ ਵਿਸ਼ਵਾਸ ਉੱਠ ਚੁੱਕਿਆ, ਠੀਕ ਹੈ ਨਾ, ਪਰ ਮੈਂ ਲੀਡਰ ਨਹੀਂ ਹੈਗਾ, ਮੈਂ ਲੀਡਰ ਨਹੀਂ ਹੈਗਾ। ਪਰ ਜਿਹੜਾ 4 ਬੰਦਿਆਂ ਨੂੰ ਲੀਡ ਕਰਦਾ ਉਹ ਲੀਡਰ ਹੀ ਕਹਿੰਦੇ ਆ, ਨੇਤਾ ਜੀ ਨਹੀਂ। ਮੈਂ ਬਈ ਯੂਨੀਵਰਸਿਟੀ 'ਚ ਵੀ ਨਾ ਸਾਡੀ ਜਿਹੜੀ ਪਾਰਟੀ ਸੀ, ਮੈਂ ਉਹਨੂੰ ਫੈਮਿਲੀ ਕਹਿਣਾ ਹੁੰਦਾ ਸੀ ਜਦੋਂ ਮੈਂ ਬੋਲਦਾ ਸੀ। ਕਾਲਜ ਦੇ ਵਿੱਚ ਕਲਾਸ ਮਨੀਟਰ ਤੋਂ, ਕਾਲਜ ਪ੍ਰਧਾਨ ਤੋਂ ਲੈ ਕੇ ਫਿਰ ਮੈਂ ਯੂਥ ਕਾਂਗਰਸ 'ਚ ਕੰਮ ਕਰਿਆ, ਫਿਰ ਮੈਂ NSU 'ਚ ਕੰਮ ਕਰਿਆ, ਫਿਰ ਮੈਂ ਇੱਥੇ ਕੋਸ਼ਿਸ਼ ਕਰੀ ਹਮੇਸ਼ਾ। ਮੇਰਾ ਤੁਸੀਂ ਦੇਖ ਲਿਓ, ਲੋਕਾਂ ਤੋਂ ਪੁੱਛੋ ਵੀ ਮੇਰੀ ਕੋਸ਼ਿਸ਼ ਹੁੰਦੀ ਹੈ ਕਿ ਸਾਰਿਆਂ ਨੂੰ, ਯਾਨੀ ਕਿ ਜਿਵੇਂ ਹੁਣ ਲੀਡਰ ਤੋਂ ਡਰ ਲੱਗਦਾ ਹੁੰਦਾ ਲੋਕਾਂ ਨੂੰ ਵੀ ਉਹ ਲੀਡਰ ਆ ਜੀ, ਇਹੀ ਚੀਜ਼ ਤਾਂ ਖਤਮ ਕਰਨੀ ਆ ਆਪਾਂ ਨੇ। ਜਿੰਨਾ ਟਾਈਮ ਤੁਸੀਂ ਮੈਨੂੰ ਹੱਕ ਨਾਲ ਕਹਿ ਹੀ ਨਾ ਸਕੇ ਵੀ ਯਾਰ ਗੋਲਡੀ ਯਾਰ ਸਾਡਾ ਆਹ ਕੰਮ ਆ,
ਹੁਣ ਕਿੱਥੇ ਤੁਸੀਂ ਸੋਚੋ ਵੀ ਤੁਸੀਂ ਯਾਰ ਰਿਸਪੈਕਟ ਦੇਣੀ ਆ, ਕਿਵੇਂ ਕਵਾਂਗੇ ਕਿਵੇਂ ਨਹੀਂ ਕਵਾਂਗੇ, ਫਿਰ ਤਾਂ ਫਾਰਮੈਲਿਟੀ ਹੋ ਗਈ ਨਾ। ਹੁਣ ਜਦੋਂ ਤੁਸੀਂ ਮੇਰੀ ਬਾਹ ਫੜ ਕੇ ਕਹਿ ਦੋ ਬਾਈ ਗੱਲ ਸੁਣੋ ਆਹ ਕੰਮ ਕਰਾਉਣਾ ਆਪਾਂ ਨੇ, ਤੇ ਮੈਂ ਵੀ ਮੂਹਰੋਂ ਕਹਾਂ ਵੀ ਲੈ ਕਮਾਲ ਦੀ ਗੱਲ ਆ ਬਾਈ ਤੇਰਾ ਕੰਮ ਨਹੀਂ ਹੋਊਗਾ ਹੋਰ ਕਿਹਦਾ ਹੋਊਗਾ। ਫਰੈਂਡਲੀ ਇਕੁਏਸ਼ਨਸ ਬਣਾਉਣੀਆਂ ਪੈਣਗੀਆਂ, ਲੋਕ ਖੁੱਲ ਕੇ ਤੁਹਾਡੇ ਨਾਲ ਗੱਲ ਕਰ ਸਕਣ, ਤੁਹਾਡੇ ਵਿਚਾਰ ਰੱਖ ਸਕਣ। ਇਹ ਟਾਈਮ ਲੱਗੂਗਾ ਥੋੜਾ ਜਿਹਾ। ਆਪਾਂ ਕਹਿੰਦੇ ਆ ਨਾ ਆਪਾਂ ਫੋਲੋ ਕਰੀਏ ਬਾਹਰਲੇ ਸਿਸਟਮ ਨੂੰ, ਕਰੋ ਆਪਾਂ ਬਾਹਰਲੇ ਸਿਸਟਮ ਨੂੰ ਫੋਲੋ, ਆਓ ਆਪਾਂ ਸਾਰੇ ਇਕੱਠੇ ਡਿਬੇਟ ਕਰੀਏ। ਡਿਬੇਟ ਪੋਜ਼ਿਟਿਵ ਹੋਣੀ ਚਾਹੀਦੀ ਆ। ਡਿਬੇਟ ਐ ਨਹੀਂ ਵੀ ਮੈਂ ਤੁਹਾਨੂੰ 5 ਗਾਲਾਂ ਕੱਢਤੀਆਂ, ਤੁਸੀਂ ਦੂਜੇ ਕੈਂਡੀਡੇਟ ਤੁਸੀਂ ਨੇ ਮੈਨੂੰ 10 ਗਾਲਾਂ ਕੱਢਤੀਆਂ। ਤੁਸੀਂ 5 ਮਿੰਟ ਲਓ, ਆਪਦੇ ਬਾਰੇ ਗੱਲ ਦੱਸੋ ਵੀ ਯਾਰ ਮੈਂ ਸੰਗਰੂਰ ਲੋਕ ਸਭਾ ਲਈ ਕਿਹੜੇ ਕੰਮ ਕਰਕੇ ਜਿਹੜੇ ਦੇਣੇ ਨੇ, ਮੈਂ ਇਹਦੀ ਆਵਾਜ਼ ਨੂੰ ਕਿਵੇਂ ਬੁਲੰਦ ਕਰ ਸਕਦਾ, ਤੇ ਇਹਦੇ ਉੱਪਰ ਗੱਲ ਕਰਨੀ ਚਾਹੀਦੀ ਹੈ। ਆਪਾਂ ਨੂੰ ਹੈਲਦੀ ਡਿਸਕਸ਼ਨ ਹੋਣੀ ਚਾਹੀਦੀ ਆ। ਰਾਜਨੀਤੀ ਨੂੰ 2 ਮਿੰਟ ਸਾਈਡ ਤੇ ਰੱਖ ਦਈਏ, ਜੇ ਗੋਲਡੀ ਦੇ ਜੀਵਨ ਤੇ ਝਾਤ ਮਾਰਾਂ, ਗੋਲਡੀ ਕੌਣ ਹੈ? ਮੈਂ ਤਾਂ ਜੀ ਛੋਟੇ 2 ਜਵਾਕਾਂ ਦਾ ਪਿਤਾ ਇਸ ਟਾਈਮ ਦਾ, ਆਪਦੀ ਘਰ ਵਾਲੀ ਦਾ, ਆਪਦੇ ਮਾਪਿਓ ਦਾ ਸੇਵਾ ਕਰਨ ਵਾਲਾ ਮੁੰਡਾ, ਆਪਦੇ ਯਾਰਾਂ ਦੋਸਤਾਂ ਦਾ ਯਾਰ। ਤੇ ਉਹ ਹੈ ਬਈ ਉਵੇਂ ਹੀ ਹੁੰਦਾ ਸਾਰਾ ਸਿਸਟਮ। ਲੋਕਾਂ ਨੂੰ ਵੈਸੇ ਹੀ ਲੱਗਦਾ ਪੋਲੀਟੀਕਲੀ ਤੌਰ ਤੇ ਜਾਂ ਕੁਛ ਹੋਰ ਤੌਰ ਤੇ ਹੈ ਹੁੰਦਾ ਸਾਰਾ ਚੀਜ਼ ਹੀ ਸੇਮ ਆ। ਉਹੀ ਸ਼ੌਂਕ ਨੇ ਕੱਪੜੇ ਲੀੜਿਆਂ ਦੇ, ਉਹੀ ਸਾਰੀਆਂ ਚੀਜ਼ਾਂ ਦੇ ਸ਼ੌਂਕ ਜਿਹੜੇ ਤੁਹਾਨੂੰ ਨੇ ਉਹੀ ਮੈਨੂੰ ਨੇ, ਹਰ ਇੱਕ ਇਨਸਾਨ ਦੀ ਉਹੀ। ਅੱਛਾ, ਇੱਕ ਚੀਜ਼ ਹੋਰ ਦੱਸਿਓ, ਆਮ ਇਨਸਾਨ ਆ ਗੁੱਸਾ ਬਈ ਬੜੀ ਛੇਤੀ ਕਰ ਲੈਂਦੇ ਆ। ਹੁਣ ਜਿਵੇਂ ਸਾਡੇ ਵਰਗਾ ਚਲੋ ਬਹੁਤੇ ਨਹੀਂ ਮਿਲਦੇ, ਕਹਿੰਦੇ ਗੁੱਸਾ ਕਰ ਲਈਦਾ। ਹੁਣ ਤੁਹਾਨੂੰ ਤਾਂ ਹਰ ਦਿਨ ਮਤਲਬ 100 ਤਰ੍ਹਾਂ ਦੇ ਇਨਸਾਨ ਨੇ ਮਿਲਦਾ, ਕਿਸੇ ਨੇ ਕੀ ਕਹਿਣਾ, ਕਿਸੇ ਨੇ ਕੀ ਕਹਿਣਾ, ਕਿਸੇ ਦਾ ਕੋਈ ਅੱਕਿਆ ਹੋਇਆ ਜਿਵੇਂ ਬੈਠਾ 2-4 ਘੰਟੇ ਡੀਕ ਕਰੀ ਗਿਆ ਤੇ ਉਹਨੇ ਗਾਲ ਗੁਲ ਵੀ ਕੱਢ ਕੇ ਕਹਿੰਦਾ ਉਹ ਯਾਰ ਹੈ, ਤੇ ਫਿਰ ਬਾਈ ਉਹ ਚੀਜ਼ਾਂ ਨੂੰ ਕਿਵੇਂ ਕੰਟਰੋਲ ਕਰਦੇ ਹੋ? ਮੈਂ ਨਾ ਬਾਹਰ ਤਾਂ ਪਹਿਲਾਂ ਜੇ ਮੈਂ ਬਾਹਰ ਦਾ ਗੁੱਸਾ, ਹੁਣ ਬਾਹਰੇ ਤਾਂ ਕੀ ਕਹਿ ਸਕਦੇ ਆ, ਮੈਂ ਘਰੇ ਜਾ ਕੇ ਲੜ ਪਿਆ ਕਰਾਂ ਹੱਥ ਨੇ। ਹਾਂ, ਥੋੜੀ ਭਾਬੀ ਨਾਲ। ਉਹਨੇ ਮੈਨੂੰ ਮੂਹਰੋਂ ਕਿਹਾ ਕਿਹਦੀ ਵੀ ਗੱਲ ਸੁਣ, ਸਾਰਾ ਦਿਨ ਲੋਕਾਂ ਨੇ ਤਾਂ ਤੂੰ ਭੈਰੀ ਹੱਥ ਲਾਈ ਹੈ ਨਾ, ਮੇਰੀ ਤੂੰ ਇੰਨੀ ਕੁ ਗੱਲ ਨਹੀਂ ਸਹਾਰਦਾ। ਉਸ ਦਿਨ ਮੈਨੂੰ ਰਿਅਲਾਈਜ਼ ਹੋਇਆ ਵੀ ਹਾਂ ਯਾਰ ਵਾਕਈ ਸਹੀ ਗੱਲ ਆ। ਹੁਣ ਬਈ ਆਪਾਂ ਨਹੀਂ ਲੜਦੇ, ਆਪਾਂ ਕਹਿ ਦਿੰਦੇ ਆ ਵੀ ਨਹੀਂ ਕੋਈ ਦਿੱਕਤ ਵਾਲੀ ਗੱਲ ਨਹੀਂ। ਸੋ ਇਹ ਚੀਜ਼ਾਂ ਹੁੰਦੀਆਂ ਨੇ ਬਈ ਹਰੇਕ ਦਾ। ਜੇ ਮੈਨੂੰ ਆਪਦਾ ਸਮਝਦੇ ਨੇ ਤਾਂ ਹੀ ਮੇਰੇ ਤੇ ਉਹ ਗੁੱਸਾ ਕਰਨਗੇ, ਤਾਂ ਹੀ ਮੈਨੂੰ ਉਹ ਕਹਿਣਗੇ, ਤਾਂ ਹੀ ਉਹ ਮੈਨੂੰ ਕੋਈ ਗੱਲ ਕਰਨਗੇ। ਮੇਰਾ ਹਲਕਾ ਇਹ ਦੱਸੇ ਵੀ ਮੈਂ 5 ਸਾਲਾਂ 'ਚ ਜੇ ਉਹਨਾਂ ਨੂੰ ਨਾ ਮਿਲਿਆ ਹੋਵਾਂ, ਉਰੇ ਨਾ ਰਿਹਾ ਹੋਵਾਂ, ਮੇਰੀ ਡਿਵੈਲਪਮੈਂਟ ਜਿੰਨੀ ਡਿਵੈਲਪਮੈਂਟ ਦਾਅਵਾ ਕਰਕੇ ਕਹਿ ਰਿਹਾ, ਮੇਰੇ ਜਿੰਨੀ ਡਿਵੈਲਪਮੈਂਟ ਇਸ ਤੋਂ ਪਹਿਲਾਂ ਕਦੇ ਕਿਸੇ ਸਾਡੇ ਸਤਿਕਾਰਯੋਗ ਲੀਡਰ ਨੇ ਧੂਰੀ 'ਚ ਕਰੀ ਹੋਵੇ ਤਾਂ ਮੈਂ ਕੰਟੈਸਟ ਨਹੀਂ ਕਰੂੰਗਾ, ਇਹ ਕਹਿ ਸਕਦਾ। ਪਰ ਹੁਣ ਫੈਸਲਾ ਤਾਂ ਲੋਕਾਂ ਨੇ ਕਰਨਾ। ਅੱਛਾ, ਇਹ ਚੀਜ਼ ਦਾ ਦਾਅਵਾ ਕਰ ਦਿਓ? ਦਾਅਵਾ ਕਰਦਾ ਵੀ ਕਿਸੇ ਨੇ ਨਹੀਂ ਕੀਤੀ। ਹੁਣ ਜਿਹੜੀਆਂ ਸੜਕਾਂ ਬਾਈ ਜੀ ਮੈਂ ਕਢਵਾ ਗਿਆ ਉਰੋਂ, ਕੱਕੜਾਲ ਤੋਂ ਬੇਨੜਾ ਪਿੰਡ ਦੀ ਸੜਕ ਆ, ਬਜ਼ੁਰਗ ਮੈਨੂੰ ਕਹਿੰਦੇ ਹਾਸੀ ਵਾਲੀ ਗੱਲ ਸੁਣਾਉਣਾ, ਮੈਂ ਪਿੰਡ 'ਚ ਗਿਆ ਵੋਟਾਂ ਮੰਗਣ, ਮੈਨੂੰ ਕਹਿੰਦੇ ਪੁੱਤ ਵੀ ਇਹ ਤਾਂ ਪਹਿਲਾਂ ਬਥੇਰੇ ਕਹਿ ਗਏ ਵੀ ਤੂੰ ਰਹਿਣ ਦੇ, ਤੇਤੋਂ ਨਹੀਂ ਆਉਣਾ ਇਹ। ਮੈਂ ਕਿਹਾ ਚਲੋ ਕੋਈ ਗੱਲ ਨਹੀਂ। ਜਦੋਂ ਮੈਂ ਗਿਆ, ਮੈਂ ਜਾ ਕੇ ਕਿਹਾ, ਮੈਂ ਕਿਹਾ ਬਾਪੂ ਅੱਜ ਉਦਘਾਟਨ ਕਰਨ ਲੱਗਿਆ। ਕਹਿੰਦਾ ਨੀਂਹ ਪੱਥਰ ਦਾ ਇੱਥੇ 2 ਲੀਡਰ ਪਹਿਲਾਂ ਵੀ ਰੱਖ ਗਏ ਸੀ, ਕਹਿੰਦਾ ਜਿੱਦਣੇ ਬਣੂਗੀ ਉਦਣੇ ਦੇਖਾਂਗੇ। ਹੁਣ ਜਿੱਦਣੇ ਮੈਂ ਬਣਾਈ, ਠੀਕ ਹੈ ਨਾ ਜੀ, ਉਦੋਂ ਬਾਅਦ ਹੁਣ ਮੈਂ ਬਾਪੂ ਕੋਲੇ ਨਹੀਂ ਗਿਆ, ਹੁਣ ਜਾ ਕੇ ਆਊਂਗਾ, ਪੁੱਛੂੰਗਾ ਵੀ ਕਿਉਂ ਬਾਪੂ ਕੀ ਗੱਲ। ਇਹ ਬਾਈਪਾਸ ਕੱਢਤਾ ਬਈ ਉਰੋਂ ਬੇਨੜੇ ਤੋਂ ਕੱਕੜਾਲ ਤੋਂ ਘੇਰੂ, ਉਧਰ ਇਹ ਸਿੱਧਾ ਮੇਨ ਰੋਡ ਤੇ ਚਲਾ ਜਾਂਦਾ, ਤੇ 58 ਗਰਾਊਂਡ ਬਣਾਏ, 2 ਵੱਡੇ ਗਰਾਊਂਡ ਬਣਾਏ, ਠੀਕ ਹੈ ਨਾ ਜੀ। ਇਹ ਜਿਹੜੀਆਂ ਸਾਰੀਆਂ ਚੀਜ਼ਾਂ ਨੇ, ਇਹ ਕੋਸ਼ਿਸ਼ ਬਾਜ਼ਾਰ 'ਚ ਤੁਸੀਂ ਜਾ ਕੇ ਦੇਖੋਗੇ, ਸਾਡੇ ਸ਼ਹਿਰ 'ਚੋਂ ਇੱਕ ਰਜਵਾਹਾ ਜਾਂਦਾ, ਉਹਦੇ ਆਲੇ ਦੁਆਲੇ ਅਸੀਂ ਕਾਫੀ ਸੈਰਗਾਹ ਬਣਾ ਰਿਹਾ ਸੀ, ਕੋਸ਼ਿਸ਼ ਕਰ ਰਿਹਾ ਸੀ, ਚੱਲੀ ਜਾਂਦਾ। ਸਾਰੇ ਧਰਮਾਂ ਦੇ ਨਾਮ ਤੇ ਜਿਹੜੇ ਸਾਤੋਂ ਲੋਕਾਂ ਨੂੰ ਐਕਸਪੈਕਟੇਸ਼ਨ ਸੀ, ਉਹਨਾਂ ਦੇ ਗੇਟ ਦਰਵਾਜ਼ੇ ਬਣਾ ਕੇ ਸਾਰੇ ਫੰਡਸ ਇੱਥੇ ਮਿਊਨਿਸਪਲ 'ਚ ਪਏ ਨੇ। ਸਾਡੇ ਰਾਮਗੜੀਆ ਬਰਾਦਰੀ ਦਾ ਇਹ ਐਂਟਰੈਂਸ ਤੇ ਗੇਟ ਲੱਗ ਚੁੱਕਿਆ ਹੈ। ਇੱਕ ਗੱਲ ਹੋਰ ਦੱਸਿਓ, ਲੋਕਾਂ ਪ੍ਰਤੀ ਇਮਾਨਦਾਰੀ, ਚਲੋ ਅੱਜ ਤਾਂ 40 ਸਾਲ ਦੀ ਉਮਰ ਹੈ, ਇੱਕ ਵਾਰੀ ਵਿਧਾਇਕ ਬਣਿਓ ਐਂ ਰਹੂਗੀ, ਕਿਉਂਕਿ ਜਦੋਂ ਇਹ ਹੁੰਦਾ ਨਾ, ਜਦੋਂ ਬੰਦਾ 1 ਵਾਰੀ 2 ਵਾਰੀ 3 ਵਾਰੀ, ਫਿਰ ਬਹੁਤੀ ਵਾਰੀ ਵਿਧਾਇਕੀ ਆ ਜਾਂਦੀ ਹੈ। ਫਿਰ ਇੱਕ ਜਿਵੇਂ ਕਹਿੰਦੇ ਹੁੰਦੇ ਆਪਣੇ ਪੰਜਾਬੀ 'ਚ ਵੀ ਯਾਰ ਕਿੱਲਾ ਜਾ ਜਾਂਦਾ ਵਿਧਾਇਕੀ ਵਾਲਾ ਧੌਣ ਦੇ ਵਿੱਚ ਵੀ, ਮੈਨੂੰ ਤਾਂ ਹੁਣ ਐਵੇਂ ਜਿਤਾ ਦਿੰਦੇ ਆ ਬਹੁਤੇ ਵੱਡੇ ਲੀਡਰਾਂ ਦੇ, ਹਾਲਾਂਕਿ ਹੈਗਾ ਵੀ ਆ ਕਿ ਮੈਂ ਤਾਂ ਐਵੇਂ ਜਿੱਤ ਜਾਂਦਾ। ਤੇ ਕੇਰਾਂ ਤਾਂ ਕਹਿੰਦੇ ਕੰਮ ਜੇ ਕਰਦੇ ਤਾਂ ਦੂਜੀ ਤੀਜੀ ਵਾਰੀ ਵਿਧਾਇਕੀ ਕੋਲੇ ਆ ਜਾਂਦੇ ਨੇ, ਫਿਰ ਬਸ ਫਿਰ ਮਿਲਣੋਂ ਵੀ ਰਹਿ ਜਾਂਦੇ। ਫਿਰ ਜਿਵੇਂ ਕਹਿੰਦੇ ਹੁੰਦੇ ਵੀ ਕੋਠੀਆਂ ਮਹਿਲਾਂ 'ਚ ਬਦਲ ਜਾਂਦੀਆਂ, ਤੇ ਫਿਰ ਮਹਿਲਾਂ ਦੇ ਗੇਟ ਵੀ ਜਿਹੜੇ ਬੰਦ ਹੀ ਹੁੰਦੇ ਆ, ਆਪਦਿਆਂ ਲਈ ਵੀ ਨਹੀਂ ਖੁੱਲਦੇ। ਬਈ ਖੈਰ ਹਰੇਕ ਦੀ ਅਲੱਗ-ਅਲੱਗ ਉਹ ਹੁੰਦੀ ਆ, ਤੇ ਮੈਂ ਤਾਂ ਇੰਨਾ ਕੰਮ ਕਰਿਆ ਸੀ, ਮੈਨੂੰ ਤਾਂ ਪਹਿਲੀ ਵਾਰੀ ਹਾਰ ਦਾ ਮੂੰਹ ਦੇਖਣਾ ਪੈ ਗਿਆ। ਖੈਰ ਉਹ ਗੱਲ ਨਹੀਂ ਹੈਗੀ, ਪਰ ਮੈਂ ਬਈ ਚੰਡੀਗੜ੍ਹ ਸੀ, ਠੀਕ ਹੈ ਨਾ, ਉਦੋਂ ਬਾਅਦ ਮੈਂ ਪਿੰਡ ਹੀ ਰਿਹਾ ਆ ਕੇ ਉਰੇ, ਠੀਕ ਹੈ ਨਾ, ਸੋਚ ਸੀ। ਤੇ ਮੈਂ ਆਪਦੇ ਧੂਰੀ ਵਾਲਿਆਂ ਦਾ ਸਿਰ ਕਿਵੇਂ ਨੀਵਾਂ ਹੋਣ ਦੇ ਦੂੰ, ਮੇਰੇ ਮਾਪਿਓ ਦਾ ਸਿਰ ਕਿਵੇਂ ਨੀਵਾਂ ਹੋਣ ਦੇ ਦੂੰ, ਮੇਰੇ ਯਾਰਾਂ ਦੋਸਤਾਂ ਦਾ ਸਿਰ ਕਿਵੇਂ ਨੀਵਾਂ ਹੋਣ ਦੇ ਦੂੰ। ਕੋਈ ਤੁਹਾਨੂੰ ਲਾਂਭਾ ਹੀ ਦੇ ਗਿਆ ਤਾਂ ਫਿਰ ਮੇਰਾ ਕੀ ਜਿਉਣਾ ਇਹ ਜੱਗ ਤੇ।
ਮੇਰੇ ਪ੍ਰਤੀ ਜੇ ਤੁਹਾਨੂੰ ਕੋਈ ਲਾਂਭਾ ਹੀ ਦੇ ਗਿਆ ਵੀ ਕਿ ਬਾਈ ਗੋਲਡੀ ਨੇ ਆਹ ਚੀਜ਼ ਕਰਤੀ, ਠੀਕ ਹੈ ਨਾ, ਲਾਂਭਾ ਨਹੀਂ ਲੈਣਾ ਬਾਈ। ਨਾਲੇ ਮੈਂ ਤਾਂ 5 ਸਾਲ ਗੁਰੂ ਮਹਾਰਾਜ ਤੋਂ ਮੰਗ ਕੇ ਲਏ ਸੀ ਤੇ ਆਪਦੀ ਮਿਹਨਤ ਕਰਕੇ ਦਿਖਾਈ ਆ। ਤੇ ਇੰਨੀ ਇਮਾਨਦਾਰੀ ਲੀਡਰੀ ਦੇ ਵਿੱਚ ਚੱਲਦੀ ਆ, ਰਾਜਨੀਤੀ ਦੇ ਵਿੱਚ ਬਹੁਤੀ ਵਾਰੀ ਇਹ ਆਖਦੇ ਆ ਵੀ ਬਹੁਤੇ ਇਮਾਨਦਾਰ ਲੀਡਰ ਜਿਹੜੇ ਉਹ ਕਾਮਯਾਬ ਨਹੀਂ ਹੁੰਦੇ, ਜਾਂ ਕਾਮਯਾਬ ਹੁੰਦੇ ਆ ਥੋੜਾ ਸਮਾਂ ਹੀ ਹੁੰਦਾ। ਜੇ ਲੰਮੀ ਰੇਸ ਦਾ ਘੋੜਾ ਰਾਜਨੀਤੀ ਦੇ ਵਿੱਚ ਬਣਨਾ ਤਾਂ ਕਹਿੰਦੇ ਤੁਹਾਨੂੰ ਕਰਪਸ਼ਨ ਵਾਲੀ ਦਲਦਲ ਦੇ ਵਿੱਚੋਂ ਲੰਘਣਾ ਪੈਂਦਾ, ਲੋਕ ਕਹਿੰਦੇ ਆ। ਇਹੀ ਤਾਂ ਅਸਲੀ ਬਦਲਾਅ ਜਿਹੜਾ ਕਰਕੇ ਦਿਖਾਉਣਾ, ਇਹ ਆ ਬਦਲਾਅ। ਚਾਹੇ ਕਾਮਯਾਬ ਹੋਵਾਂ ਚਾਹੇ ਨਾ ਹੋਵਾਂ। ਅੱਜ ਵੀ ਤੁਸੀਂ ਦੇਖੋ ਕਿਹੜੀ ਪਾਰਟੀ ਨੌਜਵਾਨਾਂ ਨੂੰ ਮੌਕਾ ਦਿੰਦੀ ਹੈ। ਘਰੇ ਬੈਠਾ ਸੀ ਆਰਾਮ ਨਾਲ, ਕਹਿੰਦੇ ਨੋਮੀਨੇਸ਼ਨ ਫਾਈਲ ਆਮ ਆਦਮੀ ਪਾਰਟੀ ਕਹਿੰਦੇ ਅਸੀਂ ਨੌਜਵਾਨਾਂ ਨੂੰ ਮੌਕਾ ਦਿੱਤਾ, ਆਮ ਘਰਾਂ ਦੇ ਨੌਜਵਾਨਾਂ ਨੂੰ ਦਿੱਤਾ। ਉਹ ਤਾਂ ਸਾਡੇ ਭੈਣ ਜੀ ਦੇ ਪਹਿਲਾਂ ਕਿੰਨੇ ਬੋਰਡ ਲੱਗ ਗਏ ਸੀਗੇ ਜੀ, ਉਹਦਾ ਸਾਰਾ ਕੁਝ ਹੋ ਗਿਆ ਸੀ। ਤੁਹਾਨੂੰ ਕੀ ਲੱਗਦਾ ਦੇਖਿਆ ਸਾਰਾ ਇਹ ਸਿਚੁਏਸ਼ਨ, ਜਿਵੇਂ ਮੈਂ ਟੀਕਾ ਲਾ ਕੇ ਦੇਖਿਆ ਸੀ ਪਹਿਲਾਂ? ਨਹੀਂ ਖੈਰ, ਆਪਾਂ ਕਿਸੇ ਦੇ ਵਿਰੁੱਧ ਬੋਲਣਾ ਹੀ ਨਹੀਂ ਬਾਈ, ਇਹ ਤਾਂ ਉਹਨਾਂ ਦੀ ਆਪਦੀ ਸੋਚ ਆ, ਆਪਣੀ ਆਪਦੀ ਸੋਚ ਆ। ਤੇ ਮੈਂ ਤਾਂ 2002 ਤੋਂ ਜਿਹੜੇ ਮੈਨੂੰ ਐਸਡੀ ਕਾਲਜ ਵਾਲੇ ਜਾਣਦੇ ਨੇ, ਜਿਹੜੇ ਮੈਨੂੰ ਯੂਨੀਵਰਸਿਟੀ ਵਾਲੇ ਜਾਣਦੇ ਨੇ ਜਿੱਥੇ ਮੈਂ ਪ੍ਰਧਾਨਗੀ ਕਰੀ ਆ, ਜਿਹੜੇ ਮੈਨੂੰ ਯੂਥ ਕਾਂਗਰਸ ਵਾਲੇ ਜਾਣਦੇ ਨੇ, ਤੁਸੀਂ ਆ ਤੁਹਾਡੀ ਵੀਡੀਓ ਦੇ ਥੱਲੇ ਜੇ ਉਹਨਾਂ ਚੋਂ ਕਿਸੇ ਨੇ ਵੀ ਕਨੈਕਟਿਵ ਕਮੈਂਟ ਕਰਤਾ ਵੀ ਗੋਲਡੀ ਚੰਗਾ ਬੰਦਾ ਨਹੀਂ ਹੈਗਾ, ਤਾਂ ਬਈ ਟੈਲੀਫੋਨ ਕਰਕੇ ਦੱਸ ਦਿਓ, ਮਾਫੀ ਮੰਗੂਗਾ। ਅੱਛਾ ਜੀ। ਕੋਈ ਵੀ ਬੰਦਾ, ਜਿਹੜੇ ਅਸੀਂ ਯੂਨੀਵਰਸਿਟੀ 'ਚ ਇੱਕ ਦੂਜੇ ਦੇ ਐਂਟੀ ਵੀ ਹੁੰਦੇ ਸੀ ਬਾਈ ਜੀ, ਮੇਰੇ ਨਾਲ ਅੱਜ ਵੀ ਭਰਾਵਾਂ ਵਾਂਗੂ ਨੇ, ਉਹ ਹੁਣ ਵੀ ਮੇਰੀ ਮਦਦ ਕਰਦੇ ਨੇ, ਕਿਉਂਕਿ ਉਦੋਂ ਇੱਕ ਮਾਹੌਲ ਹੋਰ ਹੁੰਦਾ, ਉਦੋਂ ਇੱਕ ਚੀਜ਼ ਹੋਰ ਹੁੰਦੀ ਆ। ਤੇ ਅੱਜ ਅਸੀਂ ਇਕੱਠੇ ਆ ਸਾਰੇ, ਠੀਕ ਹੈ। ਮੇਰਾ ਸਾਥ ਹੀ ਮੇਰੇ ਰਿਸ਼ਤਿਆਂ ਨੇ ਦਿੱਤਾ, ਰਿਸ਼ਤੇ ਹੀ ਬੰਦੇ ਨੂੰ ਅੱਗੇ ਲੈ ਕੇ ਜਾਂਦੇ ਨੇ। ਇਹ ਤਾਂ ਪੈਸਾ ਪੂਸਾ, ਇਹ ਗੱਲਾਂ ਬਾਤਾਂ, ਇਹ ਤਾਂ ਸਾਈਡ ਪਰਾਂ ਗੱਲਾਂ ਨੇ। ਜਿਹੜਾ ਬੰਦਾ ਬਈ ਰਿਸ਼ਤਿਆਂ ਦੀ ਕਦਰ ਕਰੂਗਾ ਉਹ ਕਾਮਯਾਬ ਹੋਊਗਾ, ਚਾਹੇ ਉਹ ਕਿਸੇ ਵੀ ਫੀਲਡ ਆ, ਕੋਈ ਵੀ ਚੀਜ਼ ਆ। ਮੈਂ ਤਾਂ ਕਹਿਣਾ ਵੀ ਭਰਾਵੋ ਆਪਸ 'ਚ ਲੜਾਈ ਛੱਡੋ, ਜਿਹੜੀਆਂ ਜੱਗ ਤੇ ਉਲਟ ਅਲਾਮਤਾਂ ਨੇ ਉਹਨਾਂ ਨਾਲ ਲੜੋ ਤੇ ਪੋਜ਼ਿਟਿਵ ਸੁਨੇਹਾ ਦੇਣ ਦੀ ਕੋਸ਼ਿਸ਼ ਕਰੋ। ਨੌਜਵਾਨ ਕੁਝ ਵੀ ਕਰ ਸਕਦੇ ਨੇ, ਨੌਜਵਾਨ ਇਤਿਹਾਸ ਬਣਾ ਸਕਦੇ ਨੇ। ਨੌਜਵਾਨ ਇਤਿਹਾਸ, ਜਿੰਨੇ ਮੇਰੇ ਭਰਾ ਕੱਲ ਉੱਥੇ ਭੋਗ ਤੇ ਜਾ ਕੇ ਆਏ ਨੇ, ਜੇ ਉਨੇ ਨੌਜਵਾਨ ਸੋਚ ਲੈਣ ਵੀ ਅਸੀਂ ਨੇ ਸੁਧਾਰ ਲੈ ਕੇ ਆਉਣਾ, ਤਾਂ ਪੰਜਾਬ ਐ ਪਲਟੀ ਖਾ ਜੂ ਇੱਕਦਮ ਰੰਗਲੇ ਪੰਜਾਬ ਦੇ ਵਿੱਚ। ਪਰ ਇਹ ਬਾਕੀ ਗੁਰੂ ਮਹਾਰਾਜ ਨੇ ਕਰਾਉਣਾ ਹੁੰਦਾ। ਤੁਹਾਨੂੰ ਕੀ ਲੱਗਦਾ ਸੰਗਰੂਰ ਵਾਲੇ ਪਾਰਟੀ ਖਵਾਉਣਗੇ? ਬਾਈ ਦੇਖੋ, ਆਪਾਂ ਤਾਂ ਕਰਾਂਗੇ ਪੂਰੀ ਮਿਹਨਤ, ਠੀਕ ਹੈ। ਜਿਵੇਂ ਪਹਿਲਾਂ ਜੁੱਤੀ ਲਾ ਕੇ ਕਰੀ ਸੀ, ਨੰਗੇ ਪੈ ਨਹੀਂ ਚੱਲਣਾ। ਅਸਲ ਉਹ ਵੀ ਨਾ, ਹਾਂ ਮੈਂ ਤੁਹਾਨੂੰ ਦੱਸਣਾ ਚਾਹਣਾ, ਮੈਂ ਸਤਿਕਾਰ ਕਰਿਆ ਲੋਕਾਂ ਦਾ। ਇੰਨੀ ਠੰਡ 'ਚ ਨਹੀਂ ਬਈ ਕਿਹੜਾ ਬੂਟ ਲਾਉਂਦਾ। ਜੇ ਮੈਂ ਸਤਿਕਾਰ ਕਰਿਆ, ਕੀ ਕੋਈ ਮਾੜੀ ਗੱਲ ਕਰੀ? ਬਹੁਤੇ ਨੇ ਪਬਲਿਕ ਸਟੰਟ ਕਿਹਾ। ਉਹ ਨਹੀਂ, ਫਿਰ ਜੇ ਪਬਲਿਕ ਸਟੰਟ ਹੁੰਦਾ, ਉਹ ਹੁੰਦਾ ਬਈ ਅਗਲਾ 10 ਮਿੰਟ ਲਈ ਕਰ ਦਿੰਦਾ, 5 ਮਿੰਟ ਲਈ ਕਰ ਦਿੰਦਾ, ਠੀਕ ਹੈ ਨਾ, ਘੰਟੇ ਲਈ ਕਰ ਦਿੰਦਾ, ਠੀਕ ਹੈ ਨਾ। ਮੈਂ ਤਾਂ ਜਿੰਨੀ ਵਾਰ ਬਾਜ਼ਾਰ 'ਚ ਗਿਆ ਨੰਗੇ ਪੈਰੀ ਗਿਆ। ਤੇ ਉਹ ਦੇਖੋ, ਮੈਂ ਕਰਿਆ ਤਾਂ ਹੈਗਾ, ਚਾਹੇ ਪਬਲਿਕ ਸਟੰਟ ਕਰਿਆ। ਦੂਜਾ ਬੰਦਾ ਕਾਰ 'ਚ ਉਤਰ ਕੇ ਦਿਖਾਉਂਦਾ ਤਾਂ ਮੇਰੇ ਬਰਾਬਰ ਅੱਧਾ ਕਿਲੋਮੀਟਰ ਵੀ ਤੁਰ ਪੈਂਦਾ, ਠੀਕ ਹੈ ਨਾ। ਗੱਲ ਇਹ ਨਹੀਂ ਹੁੰਦੀ। ਇਹੀ ਤਾਂ ਗੱਲਾਂ ਨੇ ਬਈ। ਉਹਨਾਂ ਕੋਲੇ ਸੋਸ਼ਲ ਮੀਡੀਆ ਦੀਆਂ ਟੀਮਾਂ ਨੇ, ਉਹਨਾਂ ਕੋਲੇ ਸੋਰਸਿਸ ਬਹੁਤ ਨੇ, ਦਿੱਲੀ ਦਾ ਸਾਰਾ ਸਿਸਟਮ, ਇੱਥੇ ਦਾ ਸਾਰਾ ਸਿਸਟਮ, ਤੇ ਮੇਰਾ ਸਾਥ ਦੇਣ ਵਾਲੇ ਤੁਹਾਡੇ ਵਰਗੇ ਥੋੜੇ ਜਿਹੇ ਭਰਾ ਨੇ, ਠੀਕ ਹੈ ਨਾ ਜੀ। ਚਲੋ ਆਪਾਂ ਨੂੰ ਇਹ ਤਾਂ ਹੈਗਾ ਵੀ ਆਪਾਂ ਯਾਰ ਸਹੀ ਕੰਮ ਕਰ ਰਹੇ ਹਾਂ, ਮੈਂ ਕਿਸੇ ਤੋਂ ਕੀ ਲੈਣਾ। ਮੇਰੇ ਮਨ ਨੂੰ ਤਾਂ ਪਤਾ ਨਾ ਮੈਂ ਕੀ ਕਰ ਰਿਹਾ, ਸੰਤੁਸ਼ਟੀ ਹੈ ਮਨ ਨੂੰ। ਮੇਰੇ ਗੁਰੂ ਮਹਾਰਾਜ ਦੇ ਅੱਗੇ ਤਾਂ ਨਹੀਂ ਮੇਰਾ ਸਿਰ ਝੁਕਦਾ, ਉਹਨਾਂ ਨੂੰ ਤਾਂ ਪਤਾ ਨਾ ਵੀ ਸਾਡਾ ਬੱਚਾ ਇਹ ਸਹੀ ਕੰਮ ਕਰ ਰਿਹਾ, ਠੀਕ ਹੈ ਨਾ ਜੀ। ਰੱਬ ਨੂੰ ਮੰਨਣ ਵਾਲੇ ਬੰਦੇ ਬਾਈ, ਜਿਸ ਦਿਨ ਟਿਕਟ ਮਿਲੀ ਸਭ ਤੋਂ ਪਹਿਲਾਂ ਮੁੱਲਵਾਲ ਸਾਹਿਬ ਤੇ ਰਣੀਕੇ ਸ਼ਿਵ ਮੰਦਿਰ ਤੋਂ ਆਸ਼ੀਰਵਾਦ ਪ੍ਰਾਪਤ ਕਰਕੇ ਉਦੋਂ ਬਾਅਦ ਚੱਲਿਆ। ਤੇ ਭੋਗ ਤੋਂ ਬਾਅਦ ਹੀ ਮੈਂ ਜਿਹੜੀ ਮੇਨ ਜਿਹੜੀ ਇਲੈਕਸ਼ਨ ਕੈਂਪੇਨ ਸ਼ੁਰੂ ਕਰਨੀ ਸੀਗੀ, ਉਹ ਅਸੀਂ ਕੱਲ ਤੋਂ ਸ਼ੁਰੂ ਕਰ ਰਹੇ ਹਾਂ। ਸੋ ਅੱਜ ਦਾ ਦਿਨ ਸੀਗਾ ਜਿਹੜਾ ਮੇਰਾ ਲੋਕਾਂ ਨੂੰ ਮਿਲਣ ਦਾ ਦਿਨ ਸੀਗਾ। ਅੱਜ ਅਸੀਂ ਸਾਰੇ, ਤੁਸੀਂ ਸਵੇਰ ਦੇ ਦੇਖ ਰਹੇ ਹੋ, ਮਿਲ ਰਹੇ ਹਾਂ ਜੀ ਸਾਰਿਆਂ ਨੂੰ। ਤੇ ਰਿਜ਼ਲਟ ਦੀ ਮੈਨੂੰ ਕੋਈ ਲੋਕਾਂ ਨੇ ਦੇਖਣਾ ਜੀ ਵੀ ਅਸੀਂ ਨੇ ਕਿਹਨੂੰ ਵੋਟਾਂ ਪਾਉਣੀਆਂ ਨੇ। ਸੰਗਰੂਰ ਵਾਲਿਆਂ ਲਈ ਸੁਨੇਹਾ ਜ਼ਰੂਰ ਮੰਗੂਗਾ। ਸੰਗਰੂਰ ਵਾਲੇ ਸਾਰਿਆਂ ਲਈ ਮੈਂ ਸੁਨੇਹਾ ਇਹੀ ਆ ਮੇਰੇ ਵੱਲੋਂ ਕਿ ਮੈਂ ਤੁਹਾਡਾ ਛੋਟਾ ਭਰਾ, ਇੱਕ ਵਾਰ ਯਕੀਨ ਕਰਕੇ ਦੇਖੋ। ਜੇ ਮੈਂ ਤੁਹਾਡਾ ਯਕੀਨ ਤੋੜਤਾ ਤਾਂ ਮੁੜ ਕੇ ਕਦੇ ਜ਼ਿੰਦਗੀ 'ਚ ਸ਼ਕਲ ਨਹੀਂ ਦਿਖਾਊਂਗਾ। ਤੇ ਸੰਗਰੂਰ ਦੀ ਆਵਾਜ਼ ਨੂੰ ਲੋਕ ਸਭਾ 'ਚ ਬੁਲੰਦ ਕਰਨਾ ਤੇ ਅਹਿਮ ਨੌਜਵਾਨਾਂ ਲਈ, ਸਾਡੀ ਇੰਡਸਟਰੀ ਲਈ, ਸਾਡੀ ਖੇਤੀ ਲਈ ਹਰ ਇੱਕ ਪਹਿਲੂ ਤੋਂ ਸੋਚ ਕੇ ਤੁਹਾਡੀ ਜਿਹੜੀ ਗੱਲ ਆ ਮੈਂ ਉੱਥੇ ਰੱਖਾਂਗਾ। ਤੇ ਮੈਂ ਵਾਅਦਾ ਨਹੀਂ, ਮੈਂ ਦਾਅਵਾ ਕਰਦਾ ਕਿ ਤੁਸੀਂ ਮੇਰੇ ਤੇ ਮਾਣ ਮਹਿਸੂਸ ਕਰੋਗੇ ਕਿ ਅਸੀਂ ਨੇ ਇਸ ਛੋਟੇ ਭਰਾ ਨੂੰ ਉੱਥੇ ਜਿਤਾ ਕੇ ਭੇਜਿਆ ਸੀ ਤੇ ਇਹਨੇ ਲੋਕ ਸਭਾ ਲਈ, ਸੰਗਰੂਰ ਲਈ
ਚੰਗੇ ਉਪਰਾਲੇ ਕਰੇ। ਬਾਈ ਸਾਡੀਆਂ ਵੀ ਬੈਸਟ ਵਿਸ਼ੇਸ ਤੁਹਾਡੇ ਨਾਲ ਆ Thank you ਤੇ ਜੀ। ਜੋ ਤੁਸੀਂ ਲੋਕਾਂ ਦੇ ਨਾਲ ਵਾਅਦੇ ਕਰੇ ਆ, ਉਮੀਦ ਕਰਦੇ ਆ ਕਿ ਜੇਕਰ ਸੱਤਾ ਮਿਲਦੀ ਹੈ, ਜੇਕਰ ਕੁਰਸੀ ਤੇ ਬੈਠਦੇ ਹੋ, ਲੋਕ ਕੁਰਸੀ ਜਿਹੜੀ ਆ ਦਿੰਦੇ ਆ ਤਾਂ ਜ਼ਰੂਰ ਉਹਨਾਂ ਤੇ ਖਰੇ ਉਤਰਨਗੇ। ਬਹੁਤ ਬਹੁਤ ਧੰਨਵਾਦ ਬਾਈ। ਬਹੁਤ ਧੰਨਵਾਦ ਬਾਈ ਤੁਹਾਡਾ ਤੇ ਤੁਹਾਡੇ ਰਾਹੀਂ ਅਸੀਂ ਲੋਕਾਂ 'ਚ ਰੂਬਰੂ ਹੋਵਾਂਗੇ ਤੇ ਬਹੁਤ ਧੰਨਵਾਦ। तो मेरे नाल बाई दलबीर गोल्डी हुरी सी। नज़र इस बारी संगरूर ते रहन वाली आ, खासकर पूरे पंजाब दी नज़र संगरूर ते रहन वाली आ कि जो 3 महीने पहला बदलाव दी जिहड़ी गल कीती गई सी वो पंजाब दे विच आए कि इस बारी फिर मौका बदलाव नूं देणगे जां फिर होर ना पार्टी नूं इस बारी जिहड़ा हैगा कुर्सी जिहड़ी आ वो निवाजणगे। ये हालांकि नतीजा दसेगा। सो इस तरह दी मुलाकातां लैके समय समय ते हाज़र होंदे रहांगे। हुण अपनी दोस्त जस करे पाउंदे हो इजाजत। देखते रहो RMB टेलीविजन। धन्नवाद जी।